ਸਾਰਿਆਂ ਨਾਲੋਂ ਵੱਡੀ ਰਿਕਗਨੀਸ਼ਨ ਉਹ ਹੋਏਗੀ ਜੇ ਮੈਂ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਨੂੰ ਠੀਕ ਕਰਾਂ ਔਰ ਸਾਡੇ ਆਪਣੀ ਕਮਿਊਨਿਟੀ ਦੇ ਲੋਕਾਂ ਵਾਸਤੇ ਉਹਨੂੰ ਯੂਜ਼ ਕਰ ਸਕੀਏ। ਸੋਸ਼ਲ ਵਰਕ ਕਰਦਿਆਂ ਕਿਉਂ ਲੋੜ ਮਹਿਸੂਸ ਹੋਈ ਕਿ ਮੈਂ ਪੋਲਿਟਿਕਸ ਜੁਆਇਨ ਕਰਨੀ ਹੈ? ਲੋਕਾਂ ਨੇ ਮੇਰਾ ਮਿਡਲ ਨੇਮ ਹੀ ਸੋਲੂਸ਼ਨ ਰੱਖਿਆ ਹੈ। ਉਹ ਕਹਿੰਦੇ ਵੀ ਅਗਰ ਕਿਸੇ ਚੀਜ਼ ਦਾ ਕਿਸੇ ਨੂੰ ਹੱਲ ਚਾਹੀਦਾ ਨਾ ਤੇ ਬਲਜੀਤ ਬਾਵਾ ਕੋਲ ਜਾਓ। ਮਦਦ ਹਮੇਸ਼ਾ ਕਰਨੀ ਹੈਗੀ ਔਰ ਗੁਰੂ ਨਾਨਕ ਦੇਵ ਜੀ ਨੇ ਤਾਂ ਕਹਿ ਕੇ ਭੇਜਿਆ ਸੀਗਾ ਵੀ ਜਾ ਲੋਕਾਂ ਵਾਸਤੇ ਕਰ ਕਿਉਂਕਿ ਸਾਰਾ ਕੁਝ ਤੇਰਾ ਹੀ ਤੇਰਾ ਹੈ। ਰਾਈਟ, ਸੋ ਹੁਣ ਜੇ ਸਾਰਾ ਕੁਝ ਮੇਰਾ ਹੈ ਤੇ ਫਿਰ ਮੈਂ ਵੀ ਕਹਤਾ ਵੀ ਜੋ ਮੇਰਾ ਹੈ ਉਹ ਵੀ ਸਾਰਾ ਕੁਝ ਤੇਰਾ ਹੈਗਾ। ਸੋ ਇਟਸ ਆਲ ਫॉर द ਕਮਿਊਨਿਟੀ। ਅਸੀਂ ਦੇਖਿਆ ਹੀ ਹੈਗਾ ਵੀ ਪਿਛਲੇ 4-5 ਸਾਲਾਂ ਦੇ ਵਿੱਚ ਜਿਹੜੀ ਬਰੈਂਪਟਨ ਦੀ ਹਾਲਤ ਹੋਈ ਹੈ ਬਿਕੋਜ਼ ਕਿ ਸਾਡੀ ਜਿਹੜੀ ਸਿਟੀ ਕਾਉਂਸਲ ਹੈਗੀ ਹੈ ਜਾਂ ਜਿਹਨੂੰ ਅਸੀਂ ਸਿਟੀ ਹਾਲ ਕਹਿੰਦੇ ਆ, ਉੱਥੇ ਦੋ ਫਾੜ ਬਣ ਗਏ। ਸਟਰੀਟਾਂ ਦੇ ਨਾਂ ਚੇਂਜ ਕਰਨੇ, ਪਾਰਕਾਂ ਦੇ ਨਾਂ ਚੇਂਜ ਕਰਨੇ, ਅਨਨੈਸੈਸਰੀ ਖਰਚਾ ਹੈਗਾ। ਇੱਕ ਸਟਰੀਟ ਦਾ ਨਾਂ ਚੇਂਜ ਕਰਨ ਵਾਸਤੇ $1.5 ਮਿਲੀਅਨ ਲੱਗਦਾ ਹੈਗਾ। ਉਹ $1.5 ਮਿਲੀਅਨ ਕਾਹਦੇ ਵਾਸਤੇ? ਜੀ ਮੀਡੀਆ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਹਾਡੇ ਸਾਰੇ ਦਾ ਸਵਾਗਤ ਹੈ ਸਾਡੇ ਖਾਸ ਸੈਗਮੈਂਟ ਨੋ ਯੋਰ ਕੈਂਡੀਡੇਟ ਦੇ ਵਿੱਚ। ਜਿਵੇਂ ਤੁਸੀਂ ਜਾਣਦੇ ਹੋ ਕਿ ਮਿਊਨਿਸਪਲ ਇਲੈਕਸ਼ਨਸ ਆਉਣ ਵਾਲੇ ਨੇ ਤੇ ਹੁਣ ਜਿਹੜੀ ਇਲੈਕਸ਼ਨ ਕੈਂਪੇਨਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ। ਇਸ ਸੈਗਮੈਂਟ ਦੇ ਰਾਹੀਂ ਅੱਜ ਤੁਹਾਡੀ ਗੱਲਬਾਤ ਕਰਾਉਣ ਵਾਲੇ ਆ ਸਿਟੀ ਕਾਉਂਸਲਰ ਦੇ ਕੈਂਡੀਡੇਟ ਨੇ ਜਿਹੜੇ ਵਾਰਡ 7 ਤੇ 8 ਤੋਂ ਬਲਜੀਤ ਬਾਵਾ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਬਲਜੀਤ ਜੀ ਬਹੁਤ ਬਹੁਤ ਸਵਾਗਤ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੈਲਕਮ ਟੂ ਨੋ ਯੋਰ ਕੈਂਡੀਡੇਟ, ਜਿੱਥੇ ਇਸ ਸੈਗਮੈਂਟ ਦਾ ਨਾਮ ਹੈ ਨੋ ਯੋਰ ਕੈਂਡੀਡੇਟ। ਸੋ ਇਹਦਾ ਅਸੀਂ ਰੱਖਿਆ ਹੀ ਇਹਨੂੰ ਇਸ ਕਰਕੇ ਹੈ ਕਿ ਸਾਰਿਆਂ ਨੂੰ ਆਪਣੇ ਕੈਂਡੀਡੇਟਸ ਦੇ ਬਾਰੇ ਪਤਾ ਲੱਗੇ। ਸੋ ਤੁਹਾਡੀ ਬੈਕਗ੍ਰਾਉਂਡ ਦੀ ਇਨਫੋਰਮੇਸ਼ਨ ਲੈਣੀ ਹੋਵੇ, ਕਿੱਥੋਂ ਤੁਸੀਂ ਸ਼ੁਰੂਆਤ ਕੀਤੀ, ਕਿਸ ਤੁਸੀਂ ਏਰੀਏ ਦੇ ਨਾਲ ਜੁੜੇ ਹੋਏ ਹੋ, ਕਿਵੇਂ ਤੁਸੀਂ ਪੋਲਿਟਿਕਸ 'ਚ ਕਦਮ ਰੱਖਿਆ। ਸੋ ਇਹ ਸ਼ੁਰੂਆਤੀ ਤੌਰ ਦੇ ਉੱਤੇ ਆਪਣੀ ਇੰਟਰੋਡਕਸ਼ਨ 'ਚ ਕੀ ਦੱਸੋਗੇ? ਜਿਸ ਤਰ੍ਹਾਂ ਕਿ ਸਾਰਿਆਂ ਨੂੰ ਪਤਾ ਹੈ ਹਰ ਕੋਈ ਇੱਥੇ ਇਮੀਗ੍ਰੈਂਟ ਹੈਗਾ ਆ। ਮੋਸਟਲੀ ਮੈਂ ਵੀ ਇੱਕ ਇਮੀਗ੍ਰੈਂਟ ਹੈਗਾ ਆ ਔਰ ਬੜਾ ਹੀ ਸੁਲਝਿਆ ਹੋਇਆ ਕਹਿ ਲਓ ਵੀ ਇਮੀਗ੍ਰੈਂਟ ਹੈ ਇੱਥੇ। ਜਦੋਂ ਅਸੀਂ ਆਏ ਸੀਗੇ 2000 ਵਿੱਚ ਮੈਂ ਇੱਥੇ ਆਇਆ ਸੀ ਕੈਨੇਡਾ ਦੇ ਵਿੱਚ। ਹੁਣ 22 ਸਾਲ ਹੋ ਗਏ ਆ ਔਰ ਪਿਛਲੇ 22 ਸਾਲਾਂ ਤੋਂ ਮੈਂ ਬਰੈਂਪਟਨ ਵਿੱਚ ਹੀ ਰਹਿ ਰਿਹਾ ਹਾਂ। ਮੇਰਾ ਘਰ ਵੀ ਜਿਹੜਾ ਹੈਗਾ ਉਹ ਇਸੇ ਵਾਰਡ ਦੇ ਵਿੱਚ ਹੈਗਾ, ਵਾਰਡ 7 ਦੇ ਵਿੱਚ। ਮੈਂ ਪੋਲਿਟਿਕਸ ਦਾ ਅਗਰ ਲੈ ਕੇ ਚੱਲਾਂ ਤੇ ਮੈਂ ਆਲਰੇਡੀ 2 ਵਾਰੀ ਪਹਿਲਾਂ ਆਪਣੀ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਵੀ ਲੜੀ ਹੈਗੀ ਆ 2019 ਦੇ ਵਿੱਚ। ਸੋ ਫੈਡਰਲ ਲੈਵਲ ਤੋਂ ਲੈ ਕੇ ਔਰ ਇਸ ਵਾਰੀ ਕਾਉਂਸਲਰ ਦੇ ਵਾਸਤੇ ਲੜ ਰਿਹਾ ਹੈਗਾ ਸੇਮ ਆਪਣੀ ਹੀ ਵਾਰਡ ਚੋਂ। ਇਸ ਕਰਕੇ ਕਿਉਂਕਿ ਮੈਂ ਇਸ ਵਾਰਡ ਦੇ ਵਿੱਚ ਇਹ ਨਹੀਂ ਵੀ ਸਿਰਫ ਰਹਿਣ ਦੇ ਨਾਲ ਹੀ ਮੈਨੂੰ ਇੱਥੇ ਦਾ ਪਤਾ ਹੈਗਾ ਆ, ਮੈਂ ਇੱਥੇ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਹਾਂ। ਇਹਦੇ ਵਿੱਚ ਮੈਂ ਆਪਣੇ ਵੋਲੰਟੀਅਰ ਕੰਮ ਕੀਤੇ ਹੈਗੇ ਆ, ਸੋਸ਼ਲ ਕੰਮ ਕੀਤੇ ਆ, ਕਮਿਊਨਿਟੀ ਕੀਤੇ ਆ ਔਰ ਗਰਾਊਂਡ ਲੈਵਲ ਤੇ ਜਾ ਕੇ ਜਦੋਂ ਕਿਸੇ ਨੂੰ ਕਿਸੇ ਕੰਮ ਦੀ ਲੋੜ ਹੁੰਦੀ ਹੈਗੀ ਹੈ, ਚਾਹੇ ਉਹ ਫਾਈਨੈਂਸ਼ੀਅਲ ਹੋਵੇ, ਸੋਸ਼ਲ ਹੋਵੇ, ਕਲਚਰਲ ਹੋਵੇ, ਜੌਬ ਵੱਲੋਂ ਹੋਵੇ, ਮੈਂ ਜਦੋਂ ਦਾ ਕਿੱਥੇ ਕੈਨੇਡਾ ਆਇਆ ਮੈਂ ਉਦੋਂ ਦਾ ਉਹਨਾਂ ਦੀ ਉਹ ਹੈਲਪ ਕਰ ਰਿਹਾ। ਜਿਸ ਕਰਕੇ ਮੈਨੂੰ 2011 ਦੇ ਵਿੱਚ ਟੌਪ 25 ਕੈਨੇਡੀਅਨ ਇਮੀਗ੍ਰੈਂਟ ਅਵਾਰਡ ਵੀ ਮਿਲਿਆ ਸੀ, ਜਿਹੜਾ ਕਿ ਇੱਕ ਨੈਸ਼ਨਲ ਲੈਵਲ ਦਾ ਅਵਾਰਡ ਹੈਗਾ ਆ। ਉਸ ਅਵਾਰਡ ਤੋਂ ਬਾਅਦ ਮੈਨੂੰ ਇੱਕ ਹੋਰ ਜ਼ਿਆਦਾ ਜਿਹਨੂੰ ਕਹਿ ਲਓ ਵੀ ਅੰਦਰੋਂ ਦੀ ਅੱਗ ਨਿਕਲੀ ਵੀ ਅਗਰ ਮੇਰੇ ਕੰਮ ਕਰਨ ਦੇ ਨਾਲ ਮੈਨੂੰ ਅਗਰ ਇਸ ਤਰ੍ਹਾਂ ਰਿਕਗਨੀਸ਼ਨ ਮਿਲ ਸਕਦੀ ਆ ਤੇ ਸਾਰਿਆਂ ਨਾਲੋਂ ਵੱਡੀ ਰਿਕਗਨੀਸ਼ਨ ਉਹ ਹੋਏਗੀ ਜੇ ਮੈਂ ਸਿਸਟਮ ਦੇ ਵਿੱਚ ਰਹਿ ਕੇ ਸਿਸਟਮ ਨੂੰ ਠੀਕ ਕਰਾਂ ਔਰ ਸਾਡੇ ਆਪਣੀ ਕਮਿਊਨਿਟੀ ਦੇ ਲੋਕਾਂ ਵਾਸਤੇ ਉਹਨੂੰ ਯੂਜ਼ ਕਰ ਸਕੀਏ, ਉਹਨੂੰ ਉਸ ਤਰ੍ਹਾਂ ਅੱਛਾ ਬਣਾਈਏ ਵੀ ਜਦੋਂ ਅਸੀਂ ਕੈਨੇਡਾ ਆਈਦਾ ਹੈ, ਕੋਈ ਵੀ ਕਮਿਊਨਿਟੀ ਜਦੋਂ ਅਸੀਂ ਇਮੀਗ੍ਰੈਂਟ ਆਈਦਾ ਆ ਤੇ ਸਾਡੀ ਸਾਰਿਆਂ ਨਾਲੋਂ ਵੱਡੀ ਜਿਹੜੀ ਇੱਥੇ ਪਰੇਸ਼ਾਨੀ ਹੁੰਦੀ ਆ ਉਹ ਇੱਥੇ ਦੇ ਸਿਸਟਮ ਨੂੰ ਸਮਝਣ ਦੀ ਹੁੰਦੀ ਆ। ਸੋ ਮੈਂ ਇੱਕ ਨਾਨ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਵੀ ਚਲਾਈ ਹੈਗੀ ਆ, ਮੇਰੇ ਕੋਲ ਚੈਰੀਟੇਬਲ ਆਰਗੇਨਾਈਜੇਸ਼ਨ ਵੀ ਹੈਗੇ, ਜਿਹਦੇ ਥਰੂ ਅਸੀਂ ਟੋਟਲ ਜਿਹੜਾ ਵੀ ਕੋਈ ਉੱਥੇ ਫੰਡਿੰਗ ਆਉਂਦੀ ਸੀ, ਬੇਸਿਕਲੀ ਸਾਡੀਆਂ ਦੋਨੋਂ ਆਰਗੇਨਾਈਜੇਸ਼ਨ ਜਿਹੜੀਆਂ ਸੈਲਫ ਫੰਡਡ ਹੈਗੀਆਂ, ਜਿਹੜੀਆਂ ਮੈਂ ਆਪਣੇ ਪੈਸੇ ਪਾ ਕੇ ਅਸੀਂ ਉਹਦੇ ਵਿੱਚੋਂ ਲੋਕਾਂ ਦੀ ਹੈਲਪ ਕਰੀਦੀ ਹੈਗੀ ਆ। ਸੋ ਇਹ ਕਹਿ ਲਓ ਵੀ ਕਮਿਊਨਿਟੀ ਦੇ ਨਾਲ ਅਸੀਂ ਜੁੜੇ ਹੋਏ ਆ, ਸਾਨੂੰ ਪਤਾ ਹੈ ਵੀ ਸਾਡੇ ਇੱਥੇ ਦੇ ਕੀ ਇਸ਼ੂਜ਼ ਹੈਗੇ ਆ ਔਰ ਇਹ ਨਹੀਂ ਸਿਰਫ ਇਸ਼ੂਜ਼ ਪਤਾ ਹੈਗੇ ਆ। ਮੈਂ ਹਮੇਸ਼ਾ ਇਸ ਕਰਕੇ ਨਹੀਂ ਜਾਣਿਆ ਜਾਂਦਾ ਕਿ ਇਸ਼ੂ ਹੈਗੇ ਆ। ਲੋਕਾਂ ਨੇ ਮੇਰਾ ਮਿਡਲ ਨੇਮ ਹੀ ਸੋਲੂਸ਼ਨ ਰੱਖਿਆ। ਉਹ ਕਹਿੰਦੇ ਵੀ ਅਗਰ ਕਿਸੇ ਚੀਜ਼ ਦਾ ਕਿਸੇ ਨੂੰ ਹੱਲ ਚਾਹੀਦਾ ਨਾ ਤੇ ਬਲਜੀਤ ਬਾਵਾ ਕੋਲ ਜਾਓ, ਉਹ ਤੁਹਾਨੂੰ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਕੇ ਦੇਗਾ। ਆਪਣੇ ਮੂੰਹੋਂ ਤਾਂ ਹਰ ਕੋਈ ਕਹਿੰਦਾ ਹੈਗਾ ਬਟ ਇਹੀ ਮੇਰੀ ਇੱਕ ਪਛਾਣ ਹੈਗੀ ਆ ਔਰ ਇਸੇ ਚੀਜ਼ ਤੇ ਮੈਂ ਜਾਣਿਆ ਜਾਂਦਾ ਹੈ। ਜਿਸ ਕਰਕੇ ਮੈਂ ਹੁਣ ਵਾਰਡ 7 ਤੇ 8 ਤੋਂ ਜਿਹੜੀ ਬਰੈਂਪਟਨ ਦੇ ਵਿੱਚ ਹੈਗੀ ਆ ਉੱਥੋਂ ਮੈਂ ਸਿਟੀ ਕਾਉਂਸਲਰ ਦੇ ਇਲੈਕਸ਼ਨ ਲੜਨ ਲੱਗਾ ਹਾਂ। ਇਸ ਵੇਲੇ ਸੀਟ ਖਾਲੀ ਹੈਗੀ ਆ ਕਿਉਂਕਿ ਇੱਥੇ ਜਿਹੜੇ ਸੀਗੇ ਉਹ ਉਹਨਾਂ ਨੇ ਆਪਣੀ ਸੀਟ ਚੇਂਜ ਕਰ ਲਈ ਹੈਗੀ ਆ। ਸੋ ਇੱਕ ਨਵੀਂ ਜਗ੍ਹਾ ਤੋਂ ਨਵਾਂ ਇਨਸਾਨ, ਨਵਾਂ ਬੰਦਾ ਜਿਹੜਾ ਕਿ ਕਮਿਊਨਿਟੀ ਦੇ ਨਾਲ ਜੁੜਿਆ ਹੋਇਆ ਆ, ਮੈਂ ਸਾਰਿਆਂ ਨੂੰ ਇਹੀ ਕੋਸ਼ਿਸ਼ ਕਰ ਰਿਹਾ ਹਾਂ ਵੀ ਤੁਸੀਂ ਉਸ ਬੰਦੇ ਨੂੰ ਜਿਹਨੂੰ ਵੀ ਤੁਸੀਂ ਵੋਟ ਪਾਣੀ ਆ, ਵੋਟ ਜ਼ਰੂਰ ਪਾਓ। ਅੱਛਾ, ਬਿਲਕੁਲ। ਜਿੱਥੇ ਤੁਸੀਂ ਸੋਸ਼ਲ ਵਰਕ ਦੀ ਗੱਲ ਕੀਤੀ, ਜਦੋਂ ਅਸੀਂ ਸੋਸ਼ਲੀ ਕੋਈ ਕੰਮ ਕਰ ਰਹੇ ਹੁੰਦੇ ਹਾਂ ਉਹਦੇ 'ਚ ਸਾਡਾ ਪਰਸਨਲ ਇੰਟਰਸਟ ਨਹੀਂ ਹੁੰਦਾ। ਸੋਸ਼ਲ ਵਰਕ ਕਰਦੇ ਮਤਲਬ ਇੱਕ ਸੋਚ ਹੁੰਦੀ ਹੈ ਪਰ ਕੋਈ ਫਾਇਦਾ, ਬੈਨੀਫਿਟ ਜਾਂ ਕੋਈ ਚੇਂਜ ਦਾ ਇੱਕ ਸਾਡਾ ਮੋਟਿਵ ਨਹੀਂ ਹੁੰਦਾ। ਸੋਸ਼ਲ ਵਰਕ ਕਰਦਿਆਂ ਕਿਉਂ ਲੋੜ ਮਹਿਸੂਸ ਹੋਈ ਕਿ ਮੈਂ ਪੋਲਿਟਿਕਸ ਜੁਆਇਨ ਕਰਨੀ ਹੈ? ਦੇਖੋ ਇਸ ਵੇਲੇ ਪੋਲਿਟਿਕਸ ਦੀ ਲੋੜ
ਪਈ ਤਾਂ ਨਹੀਂ ਸੀਗੀ, ਪਰ ਮੈਨੂੰ ਸਿਰਫ ਜਿਹੜੇ ਮੇਰੇ ਆਸ-ਪਾਸ ਸੀਗੇ, ਯਾਰ ਦੋਸਤ ਸੀਗੇ, ਜਿਨ੍ਹਾਂ ਦੀ ਅਸੀਂ ਹੈਲਪ ਕੀਤੀ ਸੀ, ਉਹਨਾਂ ਨੇ ਕਿਹਾ ਵੀ ਬਲਜੀਤ ਜੀ ਤੁਸੀਂ ਇੰਨਾ ਕੰਮ ਕਰਦੇ ਹੈਗੇ ਹੋ, ਤੁਸੀਂ ਸਾਰਿਆਂ ਦੀ ਹੈਲਪ ਕਰਦੇ ਹੋ, ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਜ਼ਿਆਦਾ ਹੈਲਪ ਕਰ ਸਕਦੇ ਹੋ। ਮੇਰੀ ਕੋਈ ਪੋਲੀਟੀਕਲ ਬੈਕਗਰਾਉਂਡ ਨਹੀਂ ਹੈਗੀ, ਈਵਨ ਦੋ ਮੇਰੀ ਜਿਹੜੀ ਗ੍ਰੈਜੂਏਸ਼ਨ ਮੈਂ ਕੀਤੀ ਸੀਗੀ, ਬੰਬੇ ਤੋਂ ਮੇਰੀ ਗ੍ਰੈਜੂਏਸ਼ਨ ਹੈਗੀ ਆ, ਪੰਜਾਬ ਤੋਂ ਰਹਿਣ ਵਾਲਾ ਆ, ਤੇ ਮੇਰੀ ਗ੍ਰੈਜੂਏਸ਼ਨ ਪੋਲੀਟੀਕਲ ਸਾਇੰਸ ਵਿੱਚ ਸੀਗੀ। ਪਰ ਇੱਕ ਕਹਿ ਲਓ ਵੀ ਇੱਕ ਮਤਲਬ ਅਚਾਨਕ ਇੱਕ ਮੇਲ ਜਿਹਾ ਹੈਗਾ ਆ, ਬਟ ਅਦਰਵਾਈਜ਼ ਮੇਰਾ ਪੋਲੀਟੀਕਲ ਸਾਇੰਸ ਦੇ ਵਿੱਚ ਪਤਾ ਵੀ ਨਹੀਂ ਸੀਗਾ ਵੀ ਪ੍ਰਧਾਨ ਮੰਤਰੀ ਕੌਣ ਹੈ, ਇੱਥੋਂ ਤੱਕ ਨਹੀਂ ਹੁੰਦਾ ਸੀਗਾ। ਪਰ ਜਦੋਂ ਮੈਂ ਇੱਥੇ ਕੈਨੇਡਾ ਆ ਕੇ ਦੇਖਿਆ ਵੀ ਇੱਥੇ ਓਪਰਚੁਨਿਟੀ ਸਾਰਿਆਂ ਨੂੰ ਇਕੁਅਲ ਹੈਗੀਆਂ ਆ, ਇਸੇ ਕਰਕੇ ਇਹਨੂੰ ਲੈਂਡ ਆਫ ਓਪਰਚੁਨਿਟੀਜ਼ ਕਹਿੰਦੇ ਆ। ਡਜ਼ਨਟ ਮੈਟਰ ਕਿ ਤੁਸੀਂ ਆਪਣੇ ਕਿੱਤੇ ਵਿੱਚ ਜਾਣਾ ਚਾਹੁੰਦੇ ਹੋ, ਤੁਸੀਂ ਕੋਈ ਕਿਸੇ ਵਾਸਤੇ ਹੈਲਪ ਕਰਨਾ ਚਾਹੁੰਦੇ ਹੋ, ਤੁਸੀਂ ਪੋਲਿਟਿਕਸ ਵਿੱਚ ਆਉਣਾ ਚਾਹੁੰਦੇ ਹੋ, ਉਹ ਤੁਹਾਡੇ ਹਰ ਚੀਜ਼ ਇੱਥੇ ਪੋਸੀਬਲ ਹੈਗੀ ਆ। ਸੋ ਜਦੋਂ ਮੈਂ ਉਹ ਓਪਰਚੁਨਿਟੀਜ਼ ਦੇਖੀਆਂ ਤੇ ਮੈਂ ਹੌਲੀ-ਹੌਲੀ ਇਸ ਚੀਜ਼ 'ਚ ਕੰਮ ਕਰਨਾ ਸ਼ੁਰੂ ਕੀਤਾ, ਸਿਸਟਮ ਸਮਝਿਆ ਵੀ ਕਿਹੜੇ ਸਿਸਟਮ ਤੇ ਕਿਹੜੀ ਲੈਵਲ ਤੇ ਕਿੰਨੇ ਤਰ੍ਹਾਂ ਦੀਆਂ ਗਵਰਨਮੈਂਟਸ ਹੁੰਦੀਆਂ ਆ। ਸੋ ਜਦੋਂ ਉਸ ਚੀਜ਼ ਦਾ ਪਤਾ ਲੱਗਿਆ ਤੇ ਦੈਨ ਮੈਂ ਆਪਣਾ ਨਾਮ ਜਿਹੜਾ ਸੀਗਾ ਉਹ ਪਹਿਲੀ ਵਾਰੀ ਜਦੋਂ ਨੋਮੀਨੇਸ਼ਨਸ ਹੋਈਆਂ ਸੀਗੀਆਂ 2014 ਦੇ ਵਿੱਚ, ਉਹਦੇ ਵਿੱਚ ਮੈਂ ਆਪਣਾ ਪਹਿਲੀ ਵਾਰੀ ਨਾਮ ਪਾਇਆ ਸੀਗਾ। ਫਿਰ ਮੈਂ 2015 ਦੇ ਵਿੱਚ ਇਲੈਕਸ਼ਨ ਕੀਤੇ, ਫਿਰ ਮੈਂ 2019 ਦੇ ਵਿੱਚ ਐਕਚੁਅਲ ਫੈਡਰਲ ਇਲੈਕਸ਼ਨ ਵੀ ਲੜੇ। ਸੋ knowing the system is what I know and I don't put myself into it if I don't know what I'm doing. ਸੋ ਜੇ ਤੁਸੀਂ ਕਿਹਾ ਵੀ ਪੋਲਿਟਿਕਸ ਵਿੱਚ ਕਿਸ ਤਰ੍ਹਾਂ ਹੈ, ਸੋਸ਼ਲ ਤੋਂ ਸੋਸ਼ਲ ਵਰਕ ਤਾਂ ਚੱਲੀ ਜਾਣਾ ਹੈਗਾ, ਉਹ ਤਾਂ ਮੈਂ ਕਰਨਾ ਹੀ ਹੈਗਾ ਆ। ਉਹ ਮੇਰੀ ਸੈਕੰਡ ਨੇਚਰ ਹੈਗੀ ਹੈ, ਜੇ ਕਹ ਲਓ ਵੀ ਸਾਡੇ ਬਲੱਡਸ ਦੇ ਵਿੱਚ ਹੈ, ਜੀਨ ਦੇ ਵਿੱਚ ਹੈਗੇ ਆ ਵੀ ਅਸੀਂ ਮਦਦ ਹਮੇਸ਼ਾ ਕਰਨੀ ਹੈਗੀ ਆ। ਔਰ ਗੁਰੂ ਨਾਨਕ ਦੇਵ ਜੀ ਨੇ ਤਾਂ ਕਹਿ ਕੇ ਭੇਜਿਆ ਸੀਗਾ ਵੀ ਜਾ ਲੋਕਾਂ ਵਾਸਤੇ ਕਰ, ਕਿਉਂਕਿ ਸਾਰਾ ਕੁਝ ਤੇਰਾ ਹੀ ਤੇਰਾ ਆ, ਰਾਈਟ। ਸੋ ਹੁਣ ਜੇ ਸਾਰਾ ਕੁਝ ਮੇਰਾ ਆ ਤੇ ਫਿਰ ਮੈਂ ਵੀ ਕਹਤਾ ਵੀ ਜੋ ਮੇਰਾ ਹੈ ਉਹ ਵੀ ਸਾਰਾ ਕੁਝ ਤੇਰਾ ਹੈਗਾ ਆ। ਸੋ ਇਟਸ ਆਲ ਫॉर द ਕਮਿਊਨਿਟੀ। ਅੱਛਾ, ਜਦੋਂ ਕਮਿਊਨਿਟੀ ਦੀ ਗੱਲ ਕਰ ਰਹੇ ਹਾਂ ਹੁਣ ਇਸ ਵੇਲੇ ਸੋਸ਼ਲ ਇਸ਼ੂਜ਼ ਦੇ ਵਿੱਚ ਕਿਸ ਤਰ੍ਹਾਂ ਦੀਆਂ ਪ੍ਰੋਬਲਮ ਹੈ ਜਿਨ੍ਹਾਂ ਨੂੰ ਤੁਹਾਨੂੰ ਫੋਕਸ ਦੇ ਕੇ ਇਹ ਕਹਿਣਾ ਤੁਸੀਂ ਚਾਹੁੰਦੇ ਹੋ ਕਿ ਇਹ ਤਾਂ ਠੀਕ ਹੋਣੀ ਆ, ਬਹੁਤ ਜ਼ਿਆਦਾ ਇਸ ਵੇਲੇ ਜ਼ਰੂਰੀ ਹੈ, ਇਹਦੀ ਬਹੁਤ ਲੋੜ ਹੈ? ਸਾਰਿਆਂ ਨਾਲੋਂ ਜ਼ਿਆਦਾ ਇਸ ਵੇਲੇ ਜਿਹੜੀ ਬਰੈਂਪਟਨ ਨੂੰ ਲੋੜ ਹੈਗੀ ਆ, ਉਹ ਹੈਗੀ ਆ ਵੀ ਸਾਨੂੰ ਜਿਹੜੇ ਇੱਥੇ ਨਵੇਂ ਆ ਰਹੇ ਇਮੀਗ੍ਰੈਂਟਸ ਹੈਗੇ ਆ, ਜਿਹੜੇ ਇੱਥੇ ਵਸ ਰਹੇ ਆ, ਉਹਨਾਂ ਨੂੰ ਅਸੀਂ ਇੱਕ ਇਸ ਤਰ੍ਹਾਂ ਦਾ ਸੇਫ ਔਰ ਸਿਕਿਉਰ ਸਿਟੀ ਦਈਏ ਜਿਹਦੇ ਵਿੱਚ ਹਰ ਫੈਸਿਲਿਟੀ ਵੀ ਉਹਨਾਂ ਨੂੰ ਅਵੇਲੇਬਲ ਹੋਵੇ ਤੇ ਉਹ ਆਪਣੇ ਆਪ ਨੂੰ ਇੱਥੇ ਸਿਕਿਉਰ ਸਮਝ ਸਕਣ। ਔਰ ਅਸੀਂ ਦੇਖਿਆ ਹੀ ਹੈਗਾ ਵੀ ਪਿਛਲੇ 4-5 ਸਾਲਾਂ ਦੇ ਵਿੱਚ ਜਿਹੜੀ ਬਰੈਂਪਟਨ ਦੀ ਹਾਲਤ ਹੋਈ ਆ, ਬਿਕੋਜ਼ ਕਿ ਸਾਡੀ ਜਿਹੜੀ ਸਿਟੀ ਕਾਉਂਸਲ ਹੈਗੀ ਹੈ, ਜਾਂ ਜਿਹਨੂੰ ਅਸੀਂ ਸਿਟੀ ਹਾਲ ਕਹਿੰਦੇ ਆ, ਉੱਥੇ ਦੋ ਫਾੜ ਬਣ ਗਏ ਆ। ਜਦ ਕਿ ਕੋਈ ਵੀ ਕਾਉਂਸਲ ਕਿਸੇ ਸਿਟੀ ਵਾਸਤੇ ਤਾਂ ਹੀ ਉਹ ਕੰਮ ਕਰ ਸਕਦੀ ਹੈ ਅਗਰ ਉਹ ਸਾਰੇ ਇਕੱਠੇ ਮਿਲ ਕੇ ਚੱਲਣ। ਉਹ ਇਸ ਵੇਲੇ ਕਾਉਂਸਲ ਦੇ ਵਿੱਚ ਕੋਈ ਡਿਸੀਜਨ ਨਹੀਂ ਪ੍ਰੋਪਰਲੀ ਲਿੱਤਾ ਜਾ ਰਿਹਾ। ਜੇ ਇੱਕ ਹਾਂ ਕਹਿੰਦਾ ਤੇ ਦੂਜਾ ਤੁਹਾਡਾ ਕਹਿੰਦਾ ਨਹੀਂ ਜੇ ਨਾ ਹੈਗਾ, ਉਹਦੇ ਨਾਲ ਹੋ ਕੀ ਰਿਹਾ ਹੈ ਵੀ ਸਾਡੀ ਸਿਟੀ ਜਿਹੜੀ ਆ ਉਹ ਪਿਛੜੀ ਜਾ ਰਹੀ ਹੈ। ਸਾਨੂੰ ਤਾਂ ਆਲਰੇਡੀ ਪਤਾ ਹੈਗਾ ਵੀ ਬਰੈਂਪਟਨ ਨੂੰ ਕਦੀ ਫੇਅਰ ਸ਼ੇਅਰ ਮਿਲਿਆ ਹੀ ਨਹੀਂ, ਚਾਹੇ ਉਹ ਫੈਡਰਲ ਦੀ ਫੰਡਿੰਗ ਹੋਵੇ, ਚਾਹੇ ਪ੍ਰੋਵਿੰਸ਼ੀਅਲ ਦੀ ਫੰਡਿੰਗ ਹੋਵੇ, ਬਰੈਂਪਟਨ ਹਮੇਸ਼ਾ ਪਿੱਛੇ ਹੀ ਰੱਖਿਆ ਗਿਆ। ਹੁਣ ਮੌਕਾ ਹੈ ਸਾਡੇ ਵਾਸਤੇ ਵੀ ਅਸੀਂ ਇੱਕ ਐਸੀ ਕਾਉਂਸਲ, ਅਸੀਂ ਇਸ ਤਰ੍ਹਾਂ ਦੇ ਬੰਦੇ ਉੱਥੇ ਬਿਠਾਈਏ ਜਿਹੜੇ ਕਿ ਬਰੈਂਪਟਨ ਦੇ ਵਾਸਤੇ ਕੰਮ ਕਰ ਸਕਣ। ਇੱਕ ਸਿਟੀ ਜਿਹੜੀ ਕਾਉਂਸਲ ਹੁੰਦੀ ਆ ਉਹ ਤੁਹਾਡੀ ਸਿਟੀ ਵਾਸਤੇ ਕੰਮ ਕਰਦੀ ਹੈ, ਇਹਦੇ ਵਿੱਚ ਕੋਈ ਪ੍ਰੋਵਿੰਸ਼ੀਅਲ ਜਾਂ ਫੈਡਰਲ ਨਹੀਂ ਹੈਗਾ। ਪਰ ਮੈਂ ਉਸ ਐਕਸਪੀਰੀਅੰਸ ਨਾਲ ਆ ਰਿਹਾ ਹਾਂ ਜਿਹਦੇ ਵਿੱਚ ਮੈਨੂੰ ਫੈਡਰਲ ਦਾ ਵੀ ਐਕਸਪੀਰੀਅੰਸ ਪਤਾ ਹੈ, ਮੇਰੇ ਕੋਲ ਪ੍ਰੋਵਿੰਸ਼ੀਅਲ ਦਾ ਐਕਸਪੀਰੀਅੰਸ ਵੀ ਹੈਗਾ ਆ, ਔਰ ਮੈਨੂੰ ਪਤਾ ਆ ਕਿ ਮੈਂ ਸਿਟੀ ਵਾਸਤੇ ਅਗਰ ਕੋਈ ਮੰਗ ਕਰਨੀ ਹੋਵੇ ਤੇ ਕਿਹਦੇ ਕੋਲੋਂ ਮੰਗ ਕਰਨੀ ਆ ਔਰ ਕਿਹਦੇ ਕੋਲੋਂ ਉਹ ਮੰਗ ਮਨਵਾ ਕੇ ਬਰੈਂਪਟਨ ਵਾਸਤੇ ਲੈ ਕੇ ਆਣੀ ਹੈ। ਅੱਛਾ, ਬੜੀ ਇੰਟਰਸਟਿੰਗਲੀ ਜਦੋਂ ਅਸੀਂ ਇਸ ਗੱਲ ਨੂੰ ਐਕਸਪਲੇਨ ਕਰਦੇ ਹਾਂ ਨਾ, ਜਦੋਂ ਇਮੀਗ੍ਰੈਂਟਸ ਵਰਡ ਆਉਂਦਾ ਸੋ ਬਹੁਤ ਸਾਰੇ ਕੁਐਸਚਨਸ ਤੁਹਾਡੇ ਰਾਈਟ ਅਵੇ ਦਿਮਾਗ 'ਚ ਆਉਣ ਲੱਗ ਜਾਂਦੇ ਆ। ਜਦੋਂ ਤੁਸੀਂ ਬਹੁਤ ਸਾਲਾਂ ਪਹਿਲੇ ਆਏ ਸੀਗੇ, ਉਦੋਂ ਦੇ ਮਾਹੌਲ 'ਚ ਤੇ ਅੱਜ ਦੇ ਮਾਹੌਲ 'ਚ ਕਿੰਨਾ ਤੁਹਾਨੂੰ ਫਰਕ ਲੱਗਦਾ? ਅਗਰ ਤੁਸੀਂ ਮੇਰੇ ਐਕਸਪੀਰੀਅੰਸ ਨਾਲ ਪੁੱਛੋ, ਮਾਹੌਲ 'ਚ ਕੋਈ ਫਰਕ ਨਹੀਂ ਹੈਗਾ। ਜੋ ਉਸ ਵੇਲੇ ਸੀਗਾ ਉਹੀ ਇਸ ਵੇਲੇ ਹੈਗਾ ਆ। ਇੱਕ ਇਮੀਗ੍ਰੈਂਟ ਜਦੋਂ ਆਉਂਦਾ ਆ, ਅਸੀਂ ਉਦੋਂ ਵੀ ਮੈਂ ਇਹੀ ਸਮਝਾਉਂਦਾ ਹੁੰਦਾ ਸਾਰਿਆਂ ਨੂੰ ਵੀ ਜਦੋਂ ਤੁਸੀਂ ਇੱਥੇ ਇੱਕ ਨਵੀਂ ਜਗ੍ਹਾ ਤੇ ਆ ਰਹੇ ਹੋ, ਆਪਣਾ ਸਾਰਾ ਕੁਝ ਪੱਟ ਕੇ ਇੱਕ ਨਵੀਂ ਜਗ੍ਹਾ ਤੇ ਤੁਸੀਂ ਆਪਣੀ ਲਾਈਫ ਸ਼ੁਰੂ ਕਰਨੀ ਆ, ਪਹਿਲਾਂ ਹੀ ਪ੍ਰੀਪੇਅਰ ਹੋ ਕੇ ਆਓ। ਚਾਹੇ ਉਹ ਤੁਹਾਡੀ ਐਜੂਕੇਸ਼ਨ ਹੋਵੇ, ਆਪਣੇ ਸਰਟੀਫਿਕੇਟਸ ਨੂੰ ਇੱਥੇ ਦੇ ਸਰਟੀਫਿਕੇਟਸ ਦੇ ਨਾਲ ਬਰਾਬਰ ਮੇਲ ਕਰਾ ਕੇ ਲਿਆਓ, ਜਿਹਨੂੰ ਅਸੀਂ ਡਿਫਰੈਂਟ ਕੁਆਲੀਫਿਕੇਸ਼ਨ, ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਕਹੀਦਾ ਹੈਗਾ ਆ। ਜਿਹੜੇ ਤੁਹਾਡੇ ਐਕਸਪੀਰੀਅੰਸ ਹੈਗੇ ਆ ਉਹਨਾਂ ਨੂੰ ਤੁਸੀਂ ਲੈ ਕੇ ਆਓ ਵੀ ਤੁਸੀਂ ਜੋ ਉੱਥੇ ਕਰਦੇ ਸੀ ਕੀ ਉਹਦਾ ਸੇਮ ਐਕਸਪੀਰੀਅੰਸ ਇੱਥੇ ਤੁਹਾਡੇ ਕੰਮ ਆਉਣਾ ਵੀ ਹੈ ਜਾਂ ਨਹੀਂ ਆਉਣਾ ਹੈਗਾ, ਜਾਂ ਤੁਹਾਨੂੰ ਇੱਥੇ ਆ ਕੇ ਅਪਗ੍ਰੇਡ ਕਰਨਾ ਹੈਗਾ ਆ। ਔਰ ਮੇਨਲੀ ਤੁਹਾਡੀ ਆਉਂਦੀ ਹੈ ਲੈਂਗੁਏਜ ਔਰ ਕਲਚਰ ਦੀ ਗੱਲ। ਜਿਹੜਾ ਸਾਡਾ ਪਿੱਛੇ ਕਲਚਰ ਹੈਗਾ ਉਹ ਕਾਫੀ ਇੱਕ ਫੈਮਿਲੀ ਵਾਲਾ ਕਲਚਰ ਹੈਗਾ। ਇੱਥੇ ਆ ਕੇ ਅਸੀਂ ਉਹ ਸਾਰੇ ਜਿਹੜੇ ਫੈਮਿਲੀ ਹੈਗੀ ਆ, ਲੇਕਿਨ ਫਿਰ ਵੀ ਅਸੀਂ ਇੱਕ ਘਰ ਦੇ ਵਿੱਚ ਰਹਿ ਕੇ ਵੀ ਅਲੱਗ-ਅਲੱਗ ਕਮਰਿਆਂ 'ਚ ਰਹੀਦਾ ਹੈਗਾ। ਸੋ ਉਹ ਜਿਹੜਾ ਇੱਕ ਕਲਚਰਲ ਡਿਫਰੈਂਸ ਹੈਗਾ ਆ, ਉਹ ਸਾਨੂੰ ਪਹਿਲਾਂ ਤੋਂ ਸਮਝ ਕੇ ਆਉਣਾ ਚਾਹੀਦਾ। ਸਾਨੂੰ ਮਾਈਂਡ ਉਸ ਹਿਸਾਬ ਨਾਲ ਬਣਾ ਕੇ ਆਉਣਾ ਚਾਹੀਦਾ ਕਿ ਅਸੀਂ ਇੱਕ ਨਵੀਂ ਕੰਟਰੀ ਜਾ ਰਹੇ ਹਾਂ, ਉੱਥੇ ਜਾ ਕੇ ਸਾਨੂੰ ਹਰ ਚੀਜ਼ ਸ਼ੁਰੂ ਤੋਂ ਕਰਨੀ ਪੈਣੀ ਹੈ। ਸੂਈ ਤੋਂ ਲੈ ਕੇ ਜਹਾਜ਼ ਤੱਕ ਸਾਨੂੰ ਸਾਰਾ ਕੁਝ ਦੁਬਾਰਾ ਬਣਾਉਣਾ ਪੈਣਾ ਹੈ। ਸੋ ਉਹ ਤਿਆਰੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈਗੀ ਆ। ਕੋਈ ਵੀ ਇੱਥੇ ਅਗਰ ਆ ਕੇ ਵਸਦਾ ਹੈਗਾ, ਚਾਹੇ ਇਹ ਜ਼ਰੂਰੀ ਨਹੀਂ ਬਰੈਂਪਟਨ ਹੀ ਹੈ, ਕਿਤੇ ਵੀ ਕਿਸੇ ਵੀ ਦੂਜੀ ਕੰਟਰੀ ਵਿੱਚ ਵੀ, ਤੇ ਉਹਨੂੰ ਉਸ ਕੰਟਰੀ ਦੇ ਬਾਰੇ, ਉਸ ਦੇ ਹਾਲਾਤ ਬਾਰੇ, ਉੱਥੇ ਦੀ ਕਲਚਰਲ ਬਾਰੇ ਉਹ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ। ਅੱਛਾ, ਕੈਨੇਡਾ ਇਜ਼ ਅ ਲੈਂਡ ਆਫ ਓਪਰਚੁਨਿਟੀਜ਼। ਜਦੋਂ ਅਸੀਂ ਇੱਥੇ ਆਉਂਦੇ ਹਾਂ, ਓਪਰਚੁਨਿਟੀ ਕਿੱਥੇ ਮਿਲਦੀ ਹੈ? ਕਿਉਂਕਿ ਅਸੀਂ ਕਈ ਵਾਰੀ ਜੌਬਸ ਦੀ ਜਦੋਂ ਗੱਲ ਕਰਦੇ ਹਾਂ ਬੱਚਿਆਂ ਨਾਲ, ਉਹ ਕਹਿੰਦੇ ਕਿ ਅਸੀਂ ਤਾਂ ਏਜੰਸੀਆਂ ਦੇ ਕੋਲ ਜਾਈਦਾ, ਆਪਣੇ ਰਿਜ਼ਿਊਮ ਦੇ ਕੇ ਵਾਪਸ ਆ ਜਾਈਦਾ, ਤੇ ਜਦੋਂ ਵੇਅਰ ਹਾਊਸਿਸ ਦੇਖਦੇ ਉੱਥੇ ਵੀ ਆਰ ਹਾਇਰਿੰਗ ਲਿਖਿਆ ਹੁੰਦਾ। ਇਹ ਇੰਨਾ ਡਿਫਰੈਂਸ ਕਿਉਂ ਹੈ?
ਦੇਖੋ ਤੁਸੀਂ ਜਿਹੜੀ ਏਜੰਸੀਆਂ ਦੀ ਗੱਲ ਕੀਤੀ ਉਹ ਤਾਂ ਬਿਲਕੁਲ ਟੋਟਲੀ ਇੱਕ ਡਿਫਰੈਂਟ ਬੀਸਟ ਹੈਗਾ, ਉਹਨਾਂ ਦੀ ਗੱਲ ਆਪਾਂ ਨਾ ਹੀ ਕਰੀਏ ਤੇ ਚੰਗੀ ਗੱਲ ਹੈਗੀ ਆ। ਓਪਰਚੁਨਿਟੀਜ਼ ਆਰ देयर ਕਿ ਜਦੋਂ ਤੁਸੀਂ ਜਿੱਦਾਂ ਜਦੋਂ ਵੀ ਤੁਸੀਂ ਕੈਨੇਡਾ ਪਹੁੰਚਦੇ ਹੈਗੇ ਹੋ, ਸਾਰਿਆਂ ਨਾਲੋਂ ਪਹਿਲਾਂ ਤੁਹਾਨੂੰ ਦੇਖਣਾ ਚਾਹੀਦਾ ਵੀ ਤੁਹਾਡੀ ਜਿਹੜੀ ਐਕਸਪੀਰੀਅੰਸ ਹੈਗਾ ਜਾਂ ਤੁਹਾਡੀ ਜਿਹੜੀ ਸਕਿੱਲਸ ਹੈਗੀਆਂ ਉਹ ਕਿਹੜੇ ਫੀਲਡ ਦੇ ਵਿੱਚ ਹੈਗੀਆਂ। ਤੁਹਾਨੂੰ ਆਪਣੀ ਨੈਟਵਰਕ ਉਸ ਫੀਲਡ ਦੇ ਵਿੱਚ ਬਣਾਉਣੀ ਚਾਹੀਦੀ ਆ। ਇੱਥੇ ਸਾਡੇ ਬਹੁਤ ਸਾਰੀਆਂ ਏਜੰਸੀਜ਼ ਨਹੀਂ, ਬਹੁਤ ਸਾਰੀਆਂ ਇੰਸਟੀਟਿਊਸ਼ਨਸ ਹੈਗੀਆਂ, ਆਰਗੇਨਾਈਜੇਸ਼ਨਸ ਹੈਗੀਆਂ ਜਿਹੜੀਆਂ ਕਿ ਜੌਬ ਫੇਅਰਸ ਲਗਾਉਂਦੀਆਂ ਆ। ਅਲੱਗ-ਅਲੱਗ ਤਰ੍ਹਾਂ ਦੇ ਜੌਬ ਫੇਅਰਸ ਲੱਗਦੇ ਆ, ਉੱਥੇ ਜਾ ਕੇ ਤੁਸੀਂ ਆਪਣੀ ਉਹਨਾਂ ਨੂੰ ਜੌਬ ਫੇਅਰਸ ਅਟੈਂਡ ਕਰੋ। ਆਪਣੀ ਨੈਟਵਰਕ ਬਣਾਓ, ਨੈਟਵਰਕ ਆਪਣੀ ਫੀਲਡ ਦੇ ਵਿੱਚ ਬਣਾਓ। ਅਗਰ ਤੁਸੀਂ ਆਈਟੀ 'ਚ ਹੈਗੇ ਹੋ, ਆਪਣੀ ਆਈਟੀ ਦੇ ਵਿੱਚ ਨੈਟਵਰਕ ਬਣਾਓ। ਆਈਟੀ ਦੇ ਵਿੱਚ ਵੀ ਡਿਫਰੈਂਟ ਫੀਲਡਸ ਹੈਗੀਆਂ, ਨੈਟਵਰਕਿੰਗ ਹੈਗੀ ਆ, ਸੌਫਟਵੇਅਰਸ ਹੈਗੇ ਆ, ਹਾਰਡਵੇਅਰ ਹੈਗਾ। ਤੁਸੀਂ ਉੱਦਾਂ ਦੇ ਬੰਦਿਆਂ ਦੇ ਵਿੱਚ ਉੱਠਣਾ ਪੈਣਾ ਸ਼ੁਰੂ ਕਰੋ ਜਿਹੜੇ ਕਿ ਉਸੇ ਫੀਲਡ ਦੇ ਵਿੱਚ ਕੰਮ ਕਰਦੇ ਆ। ਅਗਰ ਤੁਸੀਂ ਹੁਣ ਸਾਡਾ ਸਾਰਿਆਂ ਨਾਲੋਂ ਪਹਿਲਾਂ ਹੁੰਦਾ ਕਿ ਅਸੀਂ ਆ ਜਾਈਦਾ ਇੱਥੇ, ਆਉਂਦੇ ਸਾਰ ਕਹੀਦਾ ਬਸ ਫਟਾਫਟ ਡਾਲਰ ਬਣਨੇ ਸ਼ੁਰੂ ਹੋ ਜਾਣ। ਡਰਾਈਵਰ ਲਾਇਸੈਂਸ ਲੈ ਲਓ, ਟੈਕਸੀ ਚਲਾ ਲਓ, ਊਬਰ ਚਲਾ ਲਓ, ਹੋਰ ਕੁਛ ਨਹੀਂ, ਰਾਈਟ। ਉਸ ਤੋਂ ਇਲਾਵਾ ਵੀ ਇੱਥੇ ਇੰਨੀਆਂ ਕੁ ਓਪਰਚੁਨਿਟੀਜ਼ ਹੈਗੀਆਂ ਕੈਨੇਡਾ ਦੇ ਵਿੱਚ, ਹੱਲੇ ਵੀ ਅੱਜ ਦੇ ਦਿਨ ਵਿੱਚ ਅਗਰ ਦੇਖਿਆ ਜਾਵੇ, ਮੈਂ ਆਪਣੀ ਫੀਲਡ ਨੂੰ ਵੀ 2 ਵਾਰੀ ਚੇਂਜ, ਐਕਚੁਅਲੀ 3 ਵਾਰੀ ਚੇਂਜ ਕਰ ਲਿਆ ਆ। ਐਂਡ ਹਰ ਵਾਰੀ ਜਦੋਂ ਮੈਂ ਕੋਈ ਨਵੀਂ ਫੀਲਡ ਦੇਖਦਾ ਹਾਂ, ਉਹਦੇ ਵਿੱਚ ਇੰਨੀਆਂ ਕੁ ਓਪਰਚੁਨਿਟੀਜ਼ ਦਿਖਦੀਆਂ ਹੈਗੀਆਂ ਵੀ ਲਾਈਕ ਦੇयर इज नो ਲਿਮਿਟ ਟੂ ਯੂਰ ਗਰੋਥ। ਅੱਛਾ, ਬੜੇ ਇੰਟਰਸਟਿੰਗਲੀ ਜਦੋਂ ਅਸੀਂ ਇਹਨਾਂ ਫੈਕਟਸ ਨੂੰ ਦੇਖਣਾ ਨਾ, ਜਿੱਦਾਂ ਤੁਸੀਂ ਪਹਿਲਾਂ ਜਦੋਂ ਜ਼ਿਕਰ ਕੀਤਾ ਕਿ ਮੇਰੇ ਨਾਮ ਦੇ ਨਾਲ ਸੋਲੂਸ਼ਨ ਜੁੜਿਆ, ਸੋ ਇਸ ਵੇਲੇ ਜਿਹੜੇ ਇਸ਼ੂਸ ਚੱਲ ਰਹੇ ਆ ਉਹਨਾਂ ਦੇ ਲਈ ਜੇ ਤੁਹਾਨੂੰ ਸੋਲੂਸ਼ਨ ਐਕਸਪਲੇਨ ਕਰਨਾ ਪਏ ਤਾਂ ਕੀ ਸੋਲੂਸ਼ਨ ਹੈ? ਬੜਾ ਸਿੰਪਲ ਹੈ ਮੇਰਾ ਜਿਹੜਾ ਪਲੇਟਫਾਰਮ ਦਾ ਮੈਂ ਏਜੰਡਾ, 3 ਮੇਨ ਉੱਤੇ ਰੱਖੀਆਂ: ਸੇਫ, ਕਲੀਨ ਐਂਡ ਅਫੋਰਡੇਬਲ। ਸੇਫ ਫਰੋਮ ਕ੍ਰਾਈਮ, ਠੀਕ ਹੈ। ਕਲੀਨ ਫਰੋਮ ਕਰਪਸ਼ਨ ਐਂਡ ਅਫੋਰਡੇਬਲ ਫਰੋਮ ਲਿਵਿੰਗ। ਉਹ ਇਹ ਤਿੰਨੋਂ ਚੀਜ਼ਾਂ ਹੈਂਡ ਇਨ ਹੈਂਡ ਚੱਲਦੀਆਂ ਆ। ਜਦੋਂ ਅਸੀਂ ਹਰ ਫੈਸਿਲਿਟੀ ਨੂੰ ਠੀਕ ਤਰ੍ਹਾਂ ਪ੍ਰੋਵਾਈਡ ਕਰੀਏ, ਚਾਹੇ ਉਹ ਪਾਰਕਸ ਹੋਣ, ਸਕੂਲ ਹੋਣ, ਸੜਕਾਂ ਹੋਣ, ਟ੍ਰੈਫਿਕ ਲਾਈਟਸ ਹੈਗੀਆਂ ਆ, ਹਸਪੀਟਲ ਹੈਗਾ ਆ ਜਿਹਨੂੰ ਹੈਲਥ ਕੇਅਰ ਕਹਿ ਲਈਦਾ ਆਪਾਂ, ਉਹ ਅਗਰ ਅਸੀਂ ਸਾਰੀਆਂ ਸਰਵਿਸਿਜ਼ ਹਰ ਕਿਸੇ ਨੂੰ ਸਹੀ ਤਰੀਕੇ ਨਾਲ ਮੁਹੱਈਆ ਕਰਾਈਆਂ ਜਾਣ, ਜਿਹੜੇ ਅਨਨੈਸੈਸਰੀ ਖਰਚੇ ਜਿਹੜੇ ਹੋ ਰਹੇ, ਜਿਹੜੇ ਇਸ ਵੇਲੇ ਸਾਰਿਆਂ ਨੂੰ ਪਤਾ ਸਿਟੀ ਹਾਲ ਦੇ ਵਿੱਚ ਇੱਕ ਦੂਜੇ ਦੇ ਉੱਤੇ ਕੇਸ ਕੀਤੇ ਜਾ ਰਹੇ ਆ, ਉਹ ਜਿਹੜੇ ਖਰਚੇ ਅਨਨੈਸੈਸਰੀ ਹੋ ਰਹੇ ਆ ਉਹ ਬੰਦ ਕੀਤੇ ਜਾਣ। ਉਹਨਾਂ ਦੀ ਬਜਾਏ ਅਗਰ ਸਿਟੀ ਕਾਉਂਸਲ ਇਕੱਠੀ ਬਹਿ ਕੇ ਚੱਲੇ, ਤੁਹਾਡੇ ਸਾਰੇ ਖਰਚੇ ਘਟ ਜਾਂਦੇ ਆ, ਉਹ ਤੁਹਾਡੇ ਸਹੀ ਜਗ੍ਹਾ ਲੱਗਣਗੇ। ਅਗਰ ਜਿਸ ਤਰ੍ਹਾਂ ਹੁਣ ਜਿਹੜੇ ਨਾਮ ਚੇਂਜ ਕਰ ਰਹੇ ਆ, ਸਟਰੀਟਾਂ ਦੇ ਨਾਂ ਚੇਂਜ ਕਰਨੇ, ਪਾਰਕਾਂ ਦੇ ਨਾਂ ਚੇਂਜ ਕਰਨੇ, ਅਨਨੈਸੈਸਰੀ ਖਰਚਾ ਹੈਗਾ। ਇੱਕ ਸਟਰੀਟ ਦਾ ਨਾਂ ਚੇਂਜ ਕਰਨ ਵਾਸਤੇ $1.5 ਮਿਲੀਅਨ ਲੱਗਦਾ ਹੈਗਾ ਆ। ਉਹ $1.5 ਮਿਲੀਅਨ ਕਾਹਦੇ ਵਾਸਤੇ? ਉਹਦੇ ਵਿੱਚ ਤੁਸੀਂ ਜਿਹਦੇ ਨਾਂ ਤੇ ਆਲਰੇਡੀ ਸਟਰੀਟ ਹੈਗੀ ਜਾਂ ਪਾਰਕ ਹੈਗਾ ਹੈ, ਇੱਕ ਤਾਂ ਤੁਸੀਂ ਪਹਿਲਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ, ਦੂਜਾ ਜਿਹੜੇ ਨਵੇਂ ਬੰਦੇ ਆ ਰਹੇ ਆ ਉਹ ਤੁਹਾਡੇ ਖਰਚੇ ਕਰ ਰਹੇ ਆ, ਉਹਨੂੰ ਤੁਸੀਂ ਉੱਤੇ ਹੋਰ ਜ਼ਿਆਦਾ ਕਰ ਰਹੇ ਹੋ। ਉਹ ਪੈਸਾ ਆਣਾ ਤਾਂ ਸਾਰਾ ਟੈਕਸ ਪੇਅਰ ਤੋਂ ਹੀ ਹੈਗਾ। ਅਗਰ ਅਸੀਂ ਇਹ ਅਨਨੈਸੈਸਰੀ ਖਰਚੇ ਘਟਾ ਦਈਏ ਜਾਂ ਬੰਦ ਕਰ ਦਈਏ ਔਰ ਇਹ ਜਿਹੜਾ ਪੈਸਾ ਹੈਗਾ ਸਹੀ ਜਗ੍ਹਾ ਲਗਾਇਆ ਜਾਵੇ, ਤੇ ਆਈ ਥਿੰਕ ਜਿਹੜੀ ਬਰੈਂਪਟਨ ਹੈਗਾ ਆ ਉਹ ਸੇਫ ਵੀ ਹੋ ਸਕਦਾ ਹੈ। ਸੇਫ ਇਸ ਤਰ੍ਹਾਂ ਵੀ ਜਿਹੜੇ ਉਹ ਪੈਸਾ ਹੈਗਾ ਤੁਸੀਂ ਪੁਲਿਸ ਤੇ ਲਗਾਓ। ਮੇਰੇ ਡਿਵੀਜ਼ਨ ਦੇ ਵਿੱਚ ਜਾਂ ਸਾਡਾ ਜਿਹੜਾ 7, 8 ਔਰ 9, 10 ਇੱਧਰਲੇ ਪਾਸੇ ਕੋਈ ਪੁਲਿਸ ਡਿਵੀਜ਼ਨ ਨਹੀਂ ਹੈਗਾ। ਮੇਰਾ ਵਾਅਦਾ ਹੈਗਾ ਤੁਹਾਨੂੰ ਵੀ ਮੈਂ ਇੱਥੇ ਬਣਨ ਤੋਂ ਬਾਅਦ ਇੱਕ ਪੂਰਾ ਪ੍ਰੋਪਰ ਫੁੱਲ ਪੁਲਿਸ ਡਿਵੀਜ਼ਨ ਦਊਂਗਾ, ਜਿਹਦੇ ਕਰਕੇ ਸਾਡੀ ਇੱਥੇ ਪੁਲਿਸ ਦੀ ਪ੍ਰੈਜ਼ੈਂਸ ਪ੍ਰੋਪਰ ਹੋਏਗੀ। ਇਹਦਾ ਮਤਲਬ ਨਵੀਂ ਹਾਇਰਿੰਗ ਹੋਏਗੀ, ਹੋਰ ਪੁਲਿਸ ਵਾਲੇ। ਜਦੋਂ ਪੁਲਿਸ ਤੁਹਾਡੇ ਆਸੇ-ਪਾਸੇ ਹੁੰਦੀ ਹੈ, ਡੈਫੀਨਿਟਲੀ ਤੁਹਾਡੀ ਸੇਫਟੀ ਜਿਹੜੀ ਤੁਹਾਨੂੰ ਆਪਣੇ ਆਪ ਲੱਗਦੀ ਹੈਗੀ ਹੈ। ਸੈਕੰਡਲੀ ਜਿਹੜੇ ਸਾਡੇ ਇੱਥੇ ਫਾਇਰ ਦੇ ਹੈਗੇ ਆ, ਉਹਨਾਂ ਨੂੰ ਉਹ ਬਹੁਤ ਪਿਛੜੇ ਹੋਏ ਆ। ਫਾਇਰ ਡਿਪਾਰਟਮੈਂਟ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਪਰ ਰਿਸੋਰਸਿਸ ਦੇਣੇ, ਦੈਟ ਇਜ਼ ਮਾਈ ਸੈਕੰਡ ਪਾਰਟ ਆਫ ਇਟ। ਔਰ ਅਫੋਰਡੇਬਲ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਜਦੋਂ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਉਹ ਪ੍ਰੋਪਰਲੀ ਹਰ ਕਿਸੇ ਨੂੰ ਮੁਹੱਈਆ ਹੋਣਗੀਆਂ, ਹਰ ਕੋਈ ਦੇਖੇਗਾ ਵੀ ਹਾਂ ਇੱਥੇ ਇੱਕ ਬਰੈਂਪਟਨ ਜਿਹੜਾ ਇਹ ਰਹਿਣ ਵਾਲਾ ਸਿਟੀ ਹੈਗਾ ਆ, ਇਟ ਬਰੈਂਪਟਨ ਇਜ਼ ਗੋਇੰਗ ਟੂ ਓਨਲੀ ਪ੍ਰੋਸਪਰ, ਨਾਟ ਗੋਇੰਗ ਬੈਕਵਰਡ ਇਨ ਐਨੀ ਵੇ। ਔਰ ਜਿਹੜੀ ਸਾਰਿਆਂ ਨਾਲੋਂ ਮੇਨ ਇੱਥੇ ਹੈਗਾ ਆ, ਸਮਾਲ ਬਿਜ਼ਨਸ ਨੂੰ ਔਰ ਸਰਵਿਸ ਇੰਡਸਟਰੀ ਨੂੰ ਇੱਥੇ ਲੈ ਕੇ ਆਉਣਾ। ਮੇਰੀ ਬੈਕਗਰਾਊਂਡ ਆਈਟੀ ਦੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਗਾ, ਟੈਕਨੋਲੋਜੀ ਤੋਂ ਹੈਗੀ ਆ, ਔਰ ਇਹ ਮੇਰਾ ਸ਼ੁਰੂ ਤੋਂ ਹੀ ਰਿਹਾ ਹੈਗਾ ਵੀ ਜਦ ਕਿਸੇ ਵੀ ਤਰ੍ਹਾਂ ਤਰੀਕੇ ਦੇ ਨਾਲ ਵੱਡਾ ਵੇਅਰ ਹਾਊਸ ਜਿਹੜਾ ਕਿ 1.5 ਲੱਖ ਤੁਸੀਂ ਸਕੁਅਰ ਫੁੱਟ ਦਾ 1.5 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਬਣਾ ਕੇ 10 ਤੋਂ 15 ਬੰਦੇ ਤੁਸੀਂ ਸਿਰਫ ਉੱਥੇ ਹਾਇਰ ਕਰਦੇ ਹੈਗੇ ਹੋ, ਕਿਉਂਕਿ ਵੇਅਰ ਹਾਊਸਿੰਗ ਆਟੋਮੈਟਿਕ ਚੱਲਦੀ ਹੈਗੀ ਹੈ, ਰਾਈਟ। ਉੱਥੇ ਸਿਰਫ ਸਟੈਕਿੰਗ ਕਰ ਲਈ, ਲਾ ਲਿਆ। ਪਰ ਅਗਰ 1000 ਸਕੁਅਰ ਫੁੱਟ ਦੇ ਵਿੱਚ ਤੁਸੀਂ ਆਫਿਸ ਖੋਲੋ, ਇੱਕ ਟੈਕਨੋਲੋਜੀ ਦਾ ਜਾਂ ਸਰਵਿਸ ਇੰਡਸਟਰੀ ਦਾ, ਕਿਸੇ ਦਾ ਇੰਸ਼ੋਰੈਂਸ ਦਾ ਕਾਲ ਸੈਂਟਰ ਖੋਲੋ, ਬੈਂਕ ਦੀ ਬ੍ਰਾਂਚ ਖੋਲੋ, ਉਹ 1000 ਸਕੁਅਰ ਫੁੱਟ ਦੇ ਵਿੱਚ ਤੁਸੀਂ 10 ਤੋਂ 15 ਬੰਦੇ ਇੰਪਲੋਏ ਕਰ ਸਕਦੇ ਹੋ। ਮੈਂ ਇਸ ਤਰ੍ਹਾਂ ਦੀਆਂ ਸਰਵਿਸਿਜ਼, ਇਸ ਤਰ੍ਹਾਂ ਦੇ ਆਫਿਸਿਸ ਜਿਹੜੇ ਇੱਥੇ ਬਰੈਂਪਟਨ ਦੇ ਵਿੱਚ ਲੈ ਕੇ ਆਊਂਗਾ, ਮੇਰੀ ਆਪਣੀ ਵਾਰਡ ਦੇ ਵਿੱਚ ਹੀ ਨਹੀਂ, ਮੈਂ ਪੂਰੇ ਬਰੈਂਪਟਨ ਨੂੰ ਇਹ ਵਾਅਦਾ ਕਰਦਾ ਜਿੱਥੇ ਵੀ ਅਗਰ ਇਹ ਫੈਸਿਲਿਟੀ ਮਿਲਦੀ ਹੈਗੀ ਆ ਕਾਉਂਸਲ ਵੱਲੋਂ, ਉਹ ਚੀਜ਼ਾਂ ਪ੍ਰੂਵ ਕਰਾਵਾਂਗੇ। ਇੱਥੇ ਸਮਾਲ ਬਿਜ਼ਨਸਿਸ ਨੂੰ ਔਰ ਆਈਟੀ ਦੇ ਬਿਜ਼ਨਸਿਸ ਨੂੰ ਜਾਂ ਸਰਵਿਸ ਇੰਡਸਟਰੀ ਨੂੰ ਜ਼ਿਆਦਾ ਅਹਿਮੀਅਤ ਦੇ ਕੇ ਇੱਥੇ ਇੰਪਲੋਇਮੈਂਟ ਕ੍ਰੀਏਟ ਕਰਾਂਗੇ, ਐਂਡ ਦੈਟ ਵਿਲ ਮੇਕ ਬਰੈਂਪਟਨ ਮੋਰ ਅਫੋਰਡੇਬਲ। ਅੱਛਾ, ਟੈਕਸ ਪੇਅਰ ਇੱਕ ਵਰਡ ਯੂਜ਼ ਕੀਤਾ ਤੁਸੀਂ, ਟੈਕਸ ਪੇਅਰਸ। ਜਦੋਂ ਹੁਣ ਲੋਕਾਂ ਦੀ ਜੇਕਰ ਗੱਲ ਕਰ ਲਈਏ, ਕਿ ਸਿਸਟਮ ਦੀ ਤੇ ਗੱਲ ਕਰ ਲਈ, ਹੁਣ ਲੋਕਾਂ ਦੀ ਗੱਲ ਕਰੀਏ, ਕੀ ਲੋਕਾਂ 'ਚ ਇੰਨੀ ਅਵੇਅਰਨੈਸ ਹੈ ਕਿ ਅਸੀਂ ਕਿੰਨਾ ਟੈਕਸ ਪੇ ਕਰਦੇ ਹਾਂ? ਚਲੋ ਇਹ ਤਾਂ ਭਾਵੇਂ ਪਤਾ ਹੋਵੇ, ਉਹ ਟੈਕਸ ਕਿੱਥੇ ਜਾਂਦਾ ਹੈ, ਉਹ ਟੈਕਸ ਦੀ ਯੂਸੇਜ ਕਿਵੇਂ ਹੈ, ਔਰ ਜੇ ਸਾਨੂੰ ਸਿਟੀ ਦੇ ਪਾਸੇ ਲਾਗੇ ਛਾਗੇ ਕੋਈ ਛੋਟੀ ਮੋਟੀ ਪ੍ਰੋਬਲਮ ਹੈ ਤਾਂ ਅਸੀਂ ਅਪਰੋਚ ਕਿੱਥੇ ਕਰਨਾ ਹੈ? ਤੁਹਾਨੂੰ ਲੱਗਦਾ ਲੋਕੀ ਇੰਨੇ ਅਵੇਅਰ ਹੈਗੇ? ਇਹੀ ਅਵੇਅਰਨੈਸ ਵਾਸਤੇ ਮੈਂ ਕੰਮ ਕਰ ਰਿਹਾ ਹੈਗਾ ਵੀ ਜਿਹੜਾ ਵੀ ਕੋਈ ਮਿਲਦਾ ਉਹਨੂੰ ਇਹ ਸਮਝਾਈਦਾ ਵੀ ਜਿਹੜੇ ਤੁਸੀਂ ਸਿੰਪਲ ਪ੍ਰੋਪਰਟੀ ਟੈਕਸ ਜਿਹੜਾ ਹੈਗਾ ਉਹ ਸਿਟੀ ਕੋਲ ਜਾਂਦਾ ਹੈਗਾ ਤੁਹਾਡਾ।
ਇੱਕ ਪ੍ਰਾਪਰਟੀ ਟੈਕਸ ਸਾਡੇ ਔਰ ਬਰੈਂਪਟਨ ਦੇ ਪ੍ਰਾਪਰਟੀ ਟੈਕਸ ਕਾਫੀ ਹਾਈ ਹੈਗੇ ਆ, ਸਾਰਿਆਂ ਨੂੰ ਪਤਾ ਹੈ ਵੀ ਦਿਸ ਇਜ਼ ਦਾ ਹਾਈਐਸਟ ਇਨ ਸਰਟਨ ਏਰੀਆਜ਼ ਜਿਹੜੇ ਨਵੇਂ ਬਣ ਰਹੇ, ਨਵੀਂ ਡਿਵੈਲਪਮੈਂਟ ਆ। ਔਰ ਹਮੇਸ਼ਾ ਇਸ ਤਰ੍ਹਾਂ ਹੀ ਹੁੰਦਾ, ਜਦੋਂ ਕੋਈ ਨਵੀਂ ਡਿਵੈਲਪਮੈਂਟ ਬਣਦੀ ਆ ਉੱਥੇ ਟੈਕਸਿਸ ਹਮੇਸ਼ਾ ਹਾਈ ਹੁੰਦੇ ਆ, ਇੱਥੋਂ ਕਿ ਜਿਹੜੀ ਕਿ ਆਲਰੇਡੀ ਸੈਟਲਡ ਨੇਬਰਹੁੱਡ ਹੈਗੀ ਆ। ਹੁਣ ਇਹ ਜਿਹੜੇ ਟੈਕਸਿਸ ਹੈਗੇ, ਇਹਦੇ ਵਿੱਚੋਂ ਕੁਝ ਪੋਰਸ਼ਨ ਪੁਲਿਸ ਨੂੰ ਜਾਂਦਾ ਹੈ, ਕੁਝ ਫਾਇਰ ਨੂੰ ਜਾਂਦਾ ਹੈ, ਕੁਝ ਐਜੂਕੇਸ਼ਨ ਤੇ ਜਾਂਦਾ, ਕੁਝ ਸਾਡੀ ਸੜਕਾਂ ਨਾਲੀਆਂ, ਜਿਹੜੇ ਡਰੇਨੇਜ ਹੈਗੀ ਆ, ਸੀਵਰੇਜ ਹੈਗੀ ਆ, ਗਾਰਬੇਜ ਦਾ ਕਲੈਕਸ਼ਨ ਹੈਗਾ ਆ, ਇਹ ਸਾਰੇ ਪੋਰਸ਼ਨ ਛੋਟੇ ਛੋਟੇ ਪੋਰਸ਼ਨ ਕਰਕੇ ਉਹ ਪੂਰਾ ਦਾ ਪੂਰਾ ਟੈਕਸ ਉੱਥੇ ਯੂਜ਼ ਹੁੰਦਾ ਹੈ। ਪਲੱਸ ਸਾਨੂੰ ਫੰਡਿੰਗ ਆਉਂਦੀ ਹੈ ਪ੍ਰੋਵਿੰਸ਼ੀਅਲ ਤੋਂ, ਸਭ ਕੁਝ ਫੰਡਿੰਗ ਆਉਂਦੀ ਹੈ ਫੈਡਰਲ ਤੋਂ, ਡਿਫਰੈਂਟ ਸਰਵਿਸਿਜ਼ ਵਾਸਤੇ। ਹੁਣ ਅਗਰ ਅਸੀਂ ਇਹ ਸਾਰੇ ਟੈਕਸਿਸ ਨੂੰ ਔਰ ਸਾਰੇ ਫੰਡਿੰਗ ਨੂੰ ਇਕੱਠਾ ਕਰਕੇ ਪ੍ਰੋਪਰਲੀ ਸਹੀ ਤਰੀਕੇ ਨਾਲ ਯੂਜ਼ ਕਰੀਏ ਤੇ ਆਈ ਥਿੰਕ ਇੰਨਾ ਕੁ ਪੈਸਾ ਜ਼ਰੂਰ ਹੈਗਾ ਸਾਡੇ ਬਰੈਂਪਟਨ ਕੋਲ ਜਾਂ ਟੈਕਸਿਸ ਦੇ ਕੋਲੋਂ ਹੀ, ਕਿ ਅਸੀਂ ਬਰੈਂਪਟਨ ਨੂੰ ਇੱਕ ਅੱਛੀ ਅਫੋਰਡੇਬਲ ਸਿਟੀ ਬਣਾ ਸਕਦੇ ਹਾਂ। ਤੇ ਉਹ ਲੋਕਾਂ ਨੂੰ ਪਤਾ ਕਿਵੇਂ ਲੱਗਣਾ ਹੈ? ਉਹ ਤੁਹਾਡਾ ਇੱਕ ਮੋਟਿਵ ਕੀ ਹੈ ਕਿ ਜਿਹੜੀ ਅਵੇਅਰਨੈਸ ਦੇ ਤੌਰ ਦੇ ਉੱਤੇ ਉਹ ਸਟੂਡੈਂਟਸ ਦੀ ਗੱਲ ਹੋਵੇ, ਉਹ ਇਮੀਗ੍ਰੈਂਟਸ ਦੀ, ਪੱਕਿਆਂ ਦੀ ਗੱਲ ਹੋਵੇ, ਸਿਟੀਜ਼ਨਸ ਦੀ ਗੱਲ ਹੋਵੇ, ਕਿਉਂਕਿ ਜਿਹੜੀ ਘਾਟ ਹੈ ਨਾ ਉਹ ਕਮਿਊਨੀਕੇਸ਼ਨ ਦੀ ਤੇ ਨੌਲੇਜ ਦੀ ਹੈ। ਅਵੇਅਰਨੈਸ ਡੈਫੀਨਿਟਲੀ ਇੱਕ ਸਾਰਿਆਂ ਨਾਲੋਂ ਵੱਡਾ ਇਹਦੇ ਵਿੱਚ ਰੀਜ਼ਨ ਹੈਗਾ, ਜਿਹਦੇ ਕਰਕੇ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਜਿਹੜਾ ਮੈਂ ਟੈਕਸ ਦਿੱਤਾ ਉਹ ਯੂਜ਼ ਕਿੱਥੇ ਹੋ ਰਿਹਾ ਤੇ ਮੈਂ ਉਹਨੂੰ ਕਿਸ ਤਰ੍ਹਾਂ ਆਪਣੇ ਵਾਸਤੇ ਯੂਜ਼ ਕਰਨਾ ਹੈਗਾ ਆ। ਇਹਦੇ ਵਾਸਤੇ ਜਿਹੜੀ ਇੱਕ ਅਵੇਅਰਨੈਸ ਬਹੁਤ ਜ਼ਰੂਰੀ ਹੈਗੀ ਆ। ਐਕਚੁਅਲੀ ਅਗਰ ਤੁਸੀਂ ਆਪਣਾ ਜਿਹੜਾ ਤੁਹਾਡਾ ਐਮਪੈਕ ਦੀ ਇੱਕ ਲੈਟਰ ਆਉਂਦੀ ਹੁੰਦੀ ਹੈ ਸਾਨੂੰ, ਜਿਨ੍ਹਾਂ ਦੇ ਜਿਹੜੇ ਹੋਮ ਓਨਰਸ ਹੈਗੇ ਉਹਨਾਂ ਨੂੰ ਪਤਾ ਹੈਗਾ ਇਸ ਦੇ, ਜਿਹੜੇ ਆਪਣੇ ਘਰ ਲੈਂਦੇ ਆ, ਵੀ ਉਹਨਾਂ ਨੂੰ ਹਰ ਦੂਜੇ ਸਾਲ ਇੱਕ ਲੈਟਰ ਆਉਂਦੀ ਹੈ ਜਿਹਦੇ ਵਿੱਚ ਲਿਖਿਆ ਹੁੰਦਾ ਉਹਨਾਂ ਨਾਲ ਵੀ ਤੁਹਾਡਾ ਇਹ ਟੈਕਸ ਹੈਗਾ, ਇਹਦੇ ਚੋਂ ਕਿੰਨਾ ਪੋਰਸ਼ਨ ਕਿਹੜੀ ਕਿਹੜੀ ਚੀਜ਼ ਵਾਸਤੇ ਯੂਜ਼ ਹੋ ਰਿਹਾ, ਉਹਦੇ ਚ ਗ੍ਰਾਫ ਬਣਿਆ ਹੁੰਦਾ ਹੈ। ਉਸ ਗ੍ਰਾਫ ਨੂੰ ਦੇਖ ਕੇ ਅਸੀਂ ਕਰ ਸਕਦੇ ਹਾਂ। ਬਟ ਓਵਰਆਲ ਅਗਰ ਤੁਸੀਂ ਇਹਦੀ ਇਨਫੋਰਮੇਸ਼ਨ ਲੈਣਾ ਚਾਹੋ, brampton.ca ਤੇ ਜਾ ਕੇ ਹਰ ਚੀਜ਼ ਉੱਥੇ ਅਵੇਲੇਬਲ ਹੈਗੀ ਆ। ਉੱਥੇ ਪੂਰੇ ਬਜਟ ਪ੍ਰੋਪਰ ਅਵੇਲੇਬਲ ਹੈਗੇ ਆ, ਕਿਹੜੀ ਚੀਜ਼ ਵਾਸਤੇ ਕਿੰਨੇ ਪੈਸੇ ਲੱਗ ਰਹੇ ਹੈਗੇ ਆ, ਅਗਰ ਟਰਾਂਸਪੋਰਟੇਸ਼ਨ ਅਗਰ ਇੱਕ ਬੱਸ ਵੀ ਖਰੀਦਦੇ ਆ ਤੇ ਉਹਦੇ ਤੇ ਕਿੰਨੇ ਪੈਸੇ ਲੱਗੇ ਆ, ਬਾਕੀ ਦਾ ਤੁਸੀਂ ਛੱਡੋ। ਉਹਦੇ ਵਿੱਚ ਇੱਕ ਅਗਰ ਹੁਣ ਜਿੱਦਾਂ ਕਿਸੇ ਪਾਰਕ ਦਾ ਨਾਂ ਚੇਂਜ ਹੋਇਆ ਤੇ ਉਹਦਾ ਵੀ ਪ੍ਰੋਪਰ ਉੱਚ ਬਜਟ ਹੁੰਦਾ ਵੀ ਉੱਥੇ ਕਿੰਨੇ ਪੈਸੇ ਲੱਗੇ ਆ, ਬੋਰਡ ਦਾ ਪੇਂਟ ਹੋਇਆ ਉਹਨੂੰ ਕਿੰਨੇ ਪੈਸੇ ਲੱਗੇ, ਬੋਰਡ ਦੇ ਨਾਂ ਲਿਖਾਉਣ ਦੇ ਕਿੰਨੇ ਪੈਸੇ ਲੱਗੇ ਆ, ਐਂਡ ਆਲ ਦੈਟ ਸਟਫ। ਸੋ ਹਰ ਚੀਜ਼ ਦੀ ਇਨਫੋਰਮੇਸ਼ਨ ਹੈਗੀ ਆ। brampton.ca ਇੱਕ ਬੜੀ ਹੀ ਅੱਛੀ ਇਨਫੋਰਮੇਟਿਵ ਸਾਈਟ ਹੈਗੀ, ਉਹਦੇ ਤੇ ਜਾਓ, ਉੱਥੋਂ ਪਤਾ ਲੱਗ ਸਕਦਾ ਹੈ। ਔਰ ਅਗਰ ਕੋਈ ਖਾਸ ਕੁਐਸਚਨ ਹੋਵੇ, 311 ਇੱਕ ਮੈਜਿਕ ਨੰਬਰ ਆ, ਕਿਤੇ ਵੀ ਹੋਵੋ ਤੁਸੀਂ ਸ਼ਹਿਰ ਦੇ ਵਿੱਚ, ਕਿਸੇ ਤਰੀਕੇ ਦਾ ਵੀ ਤੁਹਾਨੂੰ ਕੋਈ ਕੁਐਸਚਨ ਹੋਵੇ, ਚਾਹੇ ਉਹ ਬਿਜ਼ਨਸ ਦਾ ਹੋਵੇ, ਘਰ ਦਾ ਹੋਵੇ, ਡਰਾਈਵੇ ਦਾ ਹੋਵੇ, ਸੜਕ ਦਾ ਹੋਵੇ, ਬੋਰਡ ਦਾ ਹੋਵੇ, ਸਾਈਨ ਦਾ ਹੋਵੇ, 311 ਕਾਲ ਕਰੋ, ਤੁਹਾਨੂੰ ਉਸੇ ਵੇਲੇ ਉਹਦਾ ਤੁਹਾਨੂੰ ਜਵਾਬ ਮਿਲ ਜਾਏਗਾ, ਜਿਸ ਤਰ੍ਹਾਂ ਤੁਹਾਨੂੰ ਕੀ ਜਵਾਬ ਉਹਦਾ ਚਾਹੁੰਦੇ ਹੋ। ਅੱਛਾ, ਇੱਕ 911 ਨੰਬਰ ਉਹ ਤਾਂ ਕਹਿੰਦੇ ਅੱਜ ਕੱਲ ਹੋਲਡ ਤੇ ਚਲਾ ਜਾਂਦਾ ਤੇ 2-2 ਦਿਨ ਪਤਾ ਨਹੀਂ ਲੱਗਦਾ, ਤੇ ਇਹ 311 ਦੇ ਕੀ ਹਾਲਾਤ ਹੈ? 311 ਵੈਰੀ ਰਿਸਪੌਂਸਿਵ ਹੈਗਾ। ਮੈਂ ਖੁਦ 311 ਤੇ ਬਹੁਤ ਵਾਰੀ ਕਾਲ ਕਰਕੇ ਦੇਖਿਆ, ਜਿੱਦਾਂ ਕਈ ਵਾਰੀ ਕੋਈ ਸੜਕ ਤੇ ਕੁੱਤਾ ਦੇਖ ਲਓ, ਜਾਂ ਤੁਹਾਡਾ ਕੋਈ ਸਾਈਨ ਜਿਹੜਾ ਹੈਗਾ ਉਹ ਡਿੱਗਿਆ ਹੋਇਆ ਥੱਲੇ, ਜਿਹੜਾ ਰੋਡ ਸਾਈਨ ਹੈਗਾ ਆ, ਕੋਈ ਸੇਫਟੀ ਦਾ ਕੰਸਰਨ ਹੈਗਾ ਆ, ਅਗਰ ਜਾਂ ਤੁਹਾਨੂੰ ਸੜਕ ਦੇ ਉੱਤੇ ਕੋਈ ਏਦਾਂ ਦੀ ਚੀਜ਼ ਲੱਗਦੀ ਹੈ ਜਿਹਦੇ ਨਾਲ ਤੁਹਾਡੇ ਆਸ-ਪਾਸ ਸੇਫਟੀ ਦਾ ਕੰਸਰਨ ਹੈਗਾ, ਤੁਸੀਂ ਉਸੇ ਵੇਲੇ 311 ਨੂੰ ਕਾਲ ਕਰੋ, ਉਹ ਰਾਈਟ ਅਵੇ ਬਿਨਾਂ ਕਿਸੇ ਹੋਲਡ ਤੋਂ, ਹੋਲਡ ਮਤਲਬ ਤੁਹਾਡੀ ਟਾਈਮ ਲੱਗਦਾ ਹੈਗਾ, ਜਿਸ ਤਰ੍ਹਾਂ ਵੀ ਹਾਂ ਆਹ ਆਪਸ਼ਨ ਸਿਲੈਕਟ ਕਰੋ, ਇਹ ਆਪਸ਼ਨ ਜਿਹੜਾ ਜੈਨੂਇਨ ਟਾਈਮ ਹੈਗਾ ਆ, ਬਟ ਅਦਰਵਾਈਜ਼ ਦੇ ਆਰ ਵੈਰੀ ਰਿਸਪੌਂਸਿਵ। ਔਰ ਰਿਸਪੌਂਸਿਵ ਇਹ ਨਹੀਂ ਕਿ ਸਿਰਫ ਤੁਹਾਡੀ ਉਹ ਉਸ ਵੇਲੇ ਗੱਲ ਸੁਣਦੇ ਆ, ਉਸ ਗੱਲ ਨੂੰ ਉਹ ਫੋਲੋ ਅਪ ਵੀ ਕਰਦੇ ਆ। ਵੀ ਅਗਰ ਤੁਸੀਂ ਉਹਨਾਂ ਨੂੰ ਕੋਈ ਰਿਪੋਰਟ ਲਿਖ ਕੇ ਦਿੱਤੀ ਹੈ ਜਾਂ ਕੋਈ ਦੱਸਿਆ ਹੈਗਾ ਜੀ, ਚਲੋ ਜਿਸ ਤਰ੍ਹਾਂ ਇੱਕ ਪਾਰਕ ਦਾ ਸਾਈਨ ਹੈਗਾ, ਉਹਦੇ ਬਾਅਦ ਸਟਾਪ ਸਾਈਨ ਸੀ, ਸਟਾਪ ਸਾਈਨ ਡਿੱਗਿਆ ਹੋਇਆ ਥੱਲੇ, ਕਿਸੇ ਤਰੀਕੇ ਨਾਲ ਹੋ ਗਿਆ, ਅਗਰ ਤੁਸੀਂ ਕਰੋਗੇ, ਤੁਸੀਂ ਆਪਣੀ ਇਨਫੋਰਮੇਸ਼ਨ ਛੱਡੋ, ਉਹ ਤੁਹਾਨੂੰ ਉਹਦਾ ਫੋਲੋ ਅਪ ਵੀ ਕਰਨਗੇ, ਔਰ ਜਦੋਂ ਸਟਾਪ ਸਾਈਨ ਵਾਪਸ ਲੱਗੇਗਾ ਤੁਹਾਨੂੰ ਦੱਸਦੇ ਵੀ ਹੈਗੇ ਵੀ ਹੁਣ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਵੈਰੀ ਰਿਸਪੌਂਸਿਵ ਸਰਵਿਸ ਐਂਡ ਆਈ ਐਮ ਵੈਰੀ ਇੰਪ੍ਰੈਸਡ ਵਿਦ ਦੈਟ। ਐਂਡ ਲਾਸਟਲੀ ਸਿਰਫ ਇੰਨਾ ਹੀ ਕਿ ਹੁਣ ਇਲੈਕਸ਼ਨਸ ਦੀ ਜਦੋਂ ਅਸੀਂ ਇੰਨੀ ਗੱਲ ਕਰ ਲੈਂਦੇ ਆ, ਤਾਂ ਇਹ ਬੜਾ ਜ਼ਰੂਰੀ ਹੈ ਕਿ ਇਸ ਵੇਲੇ ਵੋਟ ਪਾਈ ਜਾਏ, ਕਿਉਂਕਿ ਜਦੋਂ ਲੋਕ ਪਿਛਲੇ 4 ਸਾਲਾਂ ਤੋਂ ਇਹਨਾਂ ਚੀਜ਼ਾਂ ਦੀ ਕੰਪਲੇਂਟ ਕਰ ਰਹੇ ਆ, ਜੋ ਵੀ ਕੰਪਲੇਂਟਸ ਨੇ, ਜੋ ਵੀ ਪ੍ਰੋਬਲਮਸ ਨੇ, ਕਿੰਨਾ ਜ਼ਰੂਰੀ ਹੈ ਇਸ ਵੇਲੇ ਆਪਣੇ ਵੋਟ ਨੂੰ ਕਾਸਟ ਕਰਨਾ, ਉਹਦੀ ਇੰਪੋਰਟੈਂਸ ਸਮਝਣਾ ਤੇ ਫਿਰ ਇੱਕ ਚੇਂਜ ਦੀ ਡਿਮਾਂਡ ਕਰਨਾ। ਦੇਖੋ, ਜਿਹੜਾ ਵੋਟਿੰਗ ਹੈਗੀ ਹੈ ਡੈਮੋਕ੍ਰੇਸੀ ਦੀ ਸਾਰਿਆਂ ਨਾਲੋਂ ਵੱਡੀ ਪਾਵਰ ਹੈਗੀ ਆ, ਇੱਕ ਵੋਟ। ਹਰ ਵੋਟ ਦਾ ਪੈਣਾ ਜ਼ਰੂਰੀ ਹੈਗਾ ਹੈ, ਔਰ ਸਾਨੂੰ ਪਤਾ ਹੈ ਕਿ ਬਰੈਂਪਟਨ ਦੇ ਵਿੱਚ ਜਿਹੜੀਆਂ ਪਿੱਛੇ ਵੋਟਾਂ ਪਈਆਂ, ਹਾਰਡਲੀ 30% ਦੇ ਨੇੜੇ ਤੇੜੇ ਰਹਿ ਜਾਂਦੀਆਂ, 30, 31, 32% ਦੇ ਨੇੜੇ ਰਹਿ ਜਾਂਦੀਆਂ। ਉਹਦੇ ਵਿੱਚੋਂ ਵੀ ਜਿਹੜਾ ਜਿੱਤਣ ਵਾਲਾ ਹੁੰਦਾ, ਅਗਰ ਉਹ 51% ਤੇ ਵੀ ਲੈ ਕੇ ਤੁਸੀਂ 50+1 ਤੇ ਵੀ ਲੈ ਕੇ ਚੱਲੋ, ਤੇ ਟੋਟਲ ਅਪਰੋਕਸੀਮੇਟਲੀ 17% ਬਣਦੀ ਹੈ। ਇਹਦਾ ਮਤਲਬ ਜੇ ਤੁਸੀਂ ਮੇਰੀ ਵਾਰਡ ਦੇ ਵਿੱਚ ਜਿਸ ਤਰ੍ਹਾਂ ਅਬਾਊਟ 80,000 ਦੇ ਕਰੀਬ ਵੋਟ ਹੈਗੀ ਆ, ਅਗਰ 80,000 ਦਾ ਤੁਸੀਂ 17% ਲੈ ਕੇ ਚੱਲੋ ਤੇ ਉਹ ਅਸੀਂ 15,000 ਵੀ ਨਹੀਂ ਬਣਦੇ, ਰਾਈਟ। ਸੋ ਅਗਰ ਇਸ ਚੀਜ਼ ਨਾਲ ਲੈ ਕੇ ਚੱਲੀਏ ਤੇ ਜਿਹੜੀ ਅਗਰ ਤੁਸੀਂ ਵੋਟ ਨਹੀਂ ਪਾਉਂਦੇ ਹੈਗੇ ਤੇ ਆਵਾਜ਼ ਨਹੀਂ ਤੁਹਾਡੀ ਜਾਂਦੀ। ਸੋ ਜਿਹੜੀ ਤੁਹਾਡੀ ਵੋਟ ਆ, ਇਹੀ ਤੁਹਾਡੀ ਆਵਾਜ਼ ਆ। ਆਪਣੇ ਕਿਸੇ ਨੂੰ ਵੀ ਵੋਟ ਪਾਓ, ਲੇਕਿਨ ਵੋਟ ਜ਼ਰੂਰ ਪਾਓ, ਕਿਉਂਕਿ ਵੋਟ ਦੇ ਵਿੱਚ ਜੋ ਤਾਕਤ ਹੈਗੀ ਆ, ਤੁਹਾਡੀ ਡੈਮੋਕ੍ਰੇਸੀ ਉਹਦੇ ਨਾਲ ਹੀ ਬਣਨੀ ਹੈ। ਜਿਹੜਾ ਵੀ ਬੰਦਾ ਆਏਗਾ, ਚਾਹੇ ਉਹ 5 ਵੋਟਾਂ ਨਾਲ ਜਿੱਤੇ, ਚਾਹੇ ਉਹ 5,000 ਨਾਲ ਜਿੱਤੇ, ਇੱਕੋ ਬੰਦੇ ਨੇ ਆਣਾ ਆ, ਲੇਕਿਨ ਵੋਟ ਤੁਹਾਡੀ ਨਾਲ ਹੀ ਆਣਾ ਆ। ਅਗਰ ਅਸੀਂ ਇਹ ਸੋਚੀ ਜਾਵਾਂਗੇ ਨਹੀਂ ਇਹ ਬੰਦਾ ਚੰਗਾ ਹੈਗਾ, ਚੱਲ ਇਹਨੂੰ ਤਾਂ ਇਹਨੇ ਤਾਂ ਜਿੱਤ ਹੀ ਜਾਣਾ ਹੈ, ਵੋਟ ਪਾਉਣ ਦੀ ਕੀ ਲੋੜ ਹੈਗੀ, ਇਹਦੀ ਤਾਂ ਬੜੀ ਜਾਣ ਪਛਾਣ ਹੈਗੀ ਆ, ਉਹਦੇ ਵਿੱਚ ਜਿੱਤਦੇ ਉਹ ਹੈਗੇ ਆ ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ,
ਜਾਂ ਜਿਹੜੇ ਇਸ ਚੀਜ਼ ਦੇ ਕਾਬਿਲ ਨਹੀਂ ਹੁੰਦੇ। ਸੋ ਮੇਰੀ ਤੁਹਾਡੇ ਨਾਲ ਇਹੀ ਇੱਕ ਗੁਜ਼ਾਰਿਸ਼ ਹੈਗੀ ਹੈ ਜਾਂ ਰਿਕੁਐਸਟ ਹੈਗੀ ਆ ਵੀ VOTING ਦੇ ਅਲੱਗ-ਅਲੱਗ ਡੇਜ਼ ਕੱਢੇ ਆ। ਸਾਨੂੰ ਪਤਾ ਹੈ ਵੀ 24 ਤਰੀਕ ਜਿਹੜੀ ਫਾਈਨਲ VOTING ਹੈਗੀ ਆ, ਔਰ ਜਿਸ ਦਿਨ ਫਾਈਨਲ VOTING ਹੁੰਦੀ ਹੈ ਉਸ ਦਿਨ ਬਹੁਤ ਲੰਬੀਆਂ ਲਾਈਨਾਂ ਹੁੰਦੀਆਂ ਹੈ। ਅਸੀਂ ਆਪਣੇ ਬੱਚਿਆਂ ਨੂੰ ਨਾਲ ਰੱਖੀਦਾ ਹੈ, ਸਾਡੇ ਬਜ਼ੁਰਗ ਨਾਲ ਹੁੰਦੇ ਆ, ਤੇ VOTING ਉੱਥੇ ਲਾਈਨ ਦੇ ਵਿੱਚ ਖੜੇ ਹੋ ਕੇ ਕਈ ਵਾਰੀ ਅਸੀਂ ਵਿੱਚੋਂ ਉੱਦਾਂ ਹੀ ਛੱਡ ਕੇ ਚੱਲ ਜੀਦਾ, ਉਹ ਵੀ ਤੁਹਾਡਾ ਲਾਸ ਹੈਗਾ ਆ। ਇਸ ਵਾਰੀ ਕੀਤਾ ਕੀ ਹੈਗਾ ਵੀ ਅਸੀਂ ਐਕਸਟਰਾ ਡੇਜ਼ ਦਿੱਤੇ ਹੈਗੇ ਜਿਹਨੂੰ ਅਸੀਂ ਐਡਵਾਂਸ ਪੋਲਿੰਗ ਕਹੀਦਾ ਹੈ। ਉਹ ਐਸੇ ਵੀਕਐਂਡ ਤੋਂ ਸ਼ੁਰੂ ਹੋ ਰਹੀ ਹੈ, 7, 8 ਔਰ 9 3 ਦਿਨ VOTING ਖੁੱਲੀ ਹੈਗੀ ਆ। ਸਿਟੀ ਹਾਲ ਵਿੱਚ ਜਾ ਕੇ ਜਾਂ ਜਿਹੜਾ ਤੁਹਾਡੇ ਨੇੜੇ ਤੇੜੇ VOTING ਸੈਂਟਰ ਹੈਗਾ ਤੁਸੀਂ ਉੱਥੇ ਜਾ ਕੇ ਵੋਟ ਪਾ ਸਕਦੇ ਹੋ। ਸਿਰਫ ਇੱਕ ਤੁਹਾਨੂੰ ਆਪਣੀ ID ਚਾਹੀਦੀ ਹੈਗੀ ਆ, ਜਿਹੜੀ ਤੁਹਾਡੀ ਪ੍ਰੂਫ ਆਫ ਰੈਜ਼ੀਡੈਂਸ। ਤੁਹਾਨੂੰ ਉੱਥੇ ਕੋਈ ਕਿਸੇ ਨੇ ਨਹੀਂ ਪੁੱਛਣਾ ਵੀ ਤੁਸੀਂ ਸਿਟੀਜ਼ਨ ਹੈਗੇ ਹੋ ਜਾਂ ਨਹੀਂ ਹੈਗੇ ਹੋ। ਆਪਣੀ ਵੋਟ ਦੀ ID ਲੈ ਕੇ ਜਾਓ, ਆਪਣੀ ਉੱਥੇ ਵੋਟ ਪਾਓ, ਉਹਨਾਂ ਨੂੰ ਕਹੋ ਵੀ ਮੈਂ ਵੋਟ ਪਾਉਣ ਆਇਆ ਹਾਂ। ਤੁਹਾਨੂੰ ਉੱਥੇ ਸਾਰੀਆਂ ਵੋਟਾਂ ਉੱਥੇ ਪੈਣੀਆਂ ਹੈ, ਮੇਅਰ, ਰੀਜਨਲ ਕਾਉਂਸਲਰ ਔਰ ਟਰਸਟੀ। ਪੰਜੋ ਦੀਆਂ ਪੰਜੋ ਵੋਟਾਂ ਤੁਹਾਡੀਆਂ ਇੱਕੋ ਜਗ੍ਹਾ ਤੇ ਪੈਣੀਆਂ ਹੈਗੀਆਂ, ਇੱਕੋ ਪੇਪਰ ਦੇ ਉੱਤੇ ਹੋਣੀਆਂ ਆ। ਆਪਣੀ ਵੋਟ ਜ਼ਰੂਰ ਪਾ ਕੇ ਆਓ। ਔਰ ਉਸ ਤੋਂ ਬਾਅਦ ਜਿਹੜਾ ਨੈਕਸਟ ਆਪਣਾ ਐਡਵਾਂਸ ਪੋਲਿੰਗ ਹੈਗੀ ਹੋਈ 14-15 ਦੀ, ਜਿਹੜੀ ਕਿ ਥੈਂਕਸਗਿਵਿੰਗ ਵੀਕਐਂਡ ਅੱਗੇ ਆ ਜਾਣਾ ਉਸ ਤੋਂ ਬਾਅਦ ਦਾ। ਉਹਦੇ ਵਿੱਚ ਤੁਹਾਡੇ ਕੋਲ ਹੋਰ ਜ਼ਿਆਦਾ ਉਹਨਾਂ ਨੇ ਅਸੀਂ ਪੋਲਿੰਗ ਸਟੇਸ਼ਨ ਦੇ ਰਹੇ ਹਾਂ, ਤੁਹਾਡੇ ਹੋਰ ਨੇੜੇ ਆ ਜਾਣਗੇ। ਸੋ 14-15 ਜਿਹੜਾ ਉਹ ਬੈਸਟ ਤੁਹਾਡੀ ਬੈਟ ਹੈਗੀ ਆ ਵੀ ਤੁਸੀਂ ਆਪਣੀ ਜਾ ਕੇ ਵੋਟ ਕਾਸਟ ਕਰ ਲਓ। ਕਿਉਂਕਿ 24 ਦੀ ਵੇਟ ਕਰੋਗੇ, ਇੱਕ ਤਾਂ ਉਸ ਦਿਨ ਦੀਵਾਲੀ ਹੈਗੀ ਆ, ਬੜਾ ਸ਼ੁਭ ਦਿਹਾੜਾ ਆ। ਅਸੀਂ ਸਾਰਿਆਂ ਨੇ ਆਪਣੇ ਪਰਿਵਾਰ 'ਚ ਖੁਸ਼ੀਆਂ ਮਨਾ ਰਹੇ ਹੋਣਾ ਹੈ। ਵੋਟ ਜਿਹੜੀ ਆ ਸਾਰਿਆਂ ਨਾਲੋਂ ਅਖੀਰਲੀ ਚੀਜ਼ ਮੰਨੀ ਜਾਂਦੀ ਹੈਗੀ ਆ ਵੀ ਉਹ 'ਚ ਕਿਹੜਾ ਮੈਨੂੰ ਕੋਈ ਫਾਇਦਾ ਹੋਣਾ ਆ। ਬਟ ਪਲੀਜ਼ ਇਹ ਵੋਟ ਜਿਹੜੀ ਆ ਇਹੀ ਤੁਹਾਡਾ ਫਾਇਦਾ ਆ, ਇਹ ਤੁਹਾਡੀ ਆਵਾਜ਼ ਆ। ਆਪਣੀ ਆਵਾਜ਼ ਨੂੰ ਜ਼ਰੂਰ ਉਠਾਓ। ਇਸ ਵੋਟ ਦੇ ਆਪਣੇ ਰਾਈਟ ਨੂੰ ਇੱਕ ਆਬਲੀਗੇਸ਼ਨ ਸਮਝ ਕੇ ਕਿ ਅਗਰ ਤੁਸੀਂ ਸਿਟੀਜ਼ਨ ਬਣੇ ਹੋ ਤੇ ਤੁਹਾਡੀ ਇਹ ਆਬਲੀਗੇਸ਼ਨ ਹੈਗੀ ਵੀ ਤੁਸੀਂ ਆਪਣੀ ਵੋਟ ਜ਼ਰੂਰ ਕਾਸਟ ਕਰੋ। ਡੈਮੋਕ੍ਰੇਸੀ ਦੀ ਇਹੀ ਪਾਵਰ ਹੈ। ਤੇ ਲਾਸਟ ਦੇ ਵਿੱਚ ਕਿ ਬਲਜੀਤ ਬਾਵਾ ਨੂੰ ਹੀ ਵੋਟ ਕਿਉਂ ਪਾਓ? ਦੇਖੋ ਜੀ, ਮੈਂ ਜਿਸ ਤਰ੍ਹਾਂ ਕਿਹਾ ਵੀ ਮੈਂ ਆਪਣੇ ਵਾਅਦਿਆਂ ਦੇ ਉੱਤੇ ਮੇਰੀ ਕਮਿਟਮੈਂਟ ਜਿਹੜੀ ਉਹ ਪੂਰੀ ਹੈਗੀ ਆ। ਮੈਂ ਇਸ ਚੀਜ਼ ਦਾ ਸਿਰਫ ਵਾਅਦਾ ਹੀ ਨਹੀਂ, ਜਿੱਦਾਂ ਸ਼ੁਰੂ ਤੋਂ ਮੈਂ ਬਿਨਾਂ ਸੋਚੇ, ਬਿਨਾਂ ਕਿਸੇ ਫੀਡਬੈਕ ਤੋਂ ਜਾਂ ਬਿਨਾਂ ਕਿਸੇ what do I say ਰਿਜ਼ਲਟਸ ਤੋਂ, ਮੈਂ ਆਪਣੇ ਆਪ ਨੂੰ ਸਿਰਫ ਇਹ ਕਿਹਾ ਵੀ ਕੰਮ ਕਰੀ ਜਾਓ, ਰਿਜ਼ਲਟਸ ਦੀ ਪਰਵਾਹ ਨਹੀਂ ਕਰਨੀ। ਹਮੇਸ਼ਾ ਕਮਿਊਨਿਟੀ ਵਾਸਤੇ ਮੈਂ ਜੁੜਿਆ ਹਾਂ, ਹਮੇਸ਼ਾ ਮੈਂ ਉਹਦੇ ਵਾਸਤੇ ਕੰਮ ਕੀਤਾ ਆ। ਮੈਂ ਤਨਖਾਹ ਵਾਸਤੇ ਕੋਈ ਸਿਟੀ ਕਾਉਂਸਲਰ ਨਹੀਂ ਬਣਨ ਲੱਗਾ। ਆਈ ਥਿੰਕ ਮੇਰਾ ਜਿਹੜਾ ਕੰਮ ਚੱਲ ਰਿਹਾ, ਮੈਂ ਆਲਰੇਡੀ ਆਪ ਇੱਕ ਐਂਟਰਪ੍ਰੈਨਿਓਰ ਹੈਗਾ ਆ। ਮੇਰੀ ਜਿਹੜੀ ਆਪਣੀ ਜੌਬ ਹੈਗੀ ਆ ਮੈਨੂੰ ਅੱਛੇ ਪੈਸੇ ਦੇ ਰਹੀ ਆ, ਬਟ ਫਿਰ ਵੀ ਇੱਕ ਜਿਹੜੀ ਉਹ ਅੰਦਰੋਂ ਦੀ ਲਗਨ ਹੈਗੀ ਆ ਮੇਰੀ ਕਿ ਕਮਿਊਨਿਟੀ ਵਾਸਤੇ ਕੰਮ ਕਰਨਾ, ਆਪਣੇ ਬਰੈਂਪਟਨ ਵਾਸਤੇ ਕੰਮ ਕਰਨਾ, ਜਿੱਥੇ ਮੈਂ ਆ ਕੇ ਆਪਣਾ ਸਾਰਾ ਕਰੀਅਰ ਸ਼ੁਰੂ ਕੀਤਾ। ਅੱਜ ਜੋ ਵੀ ਬਣਿਆ ਹੈ ਬਰੈਂਪਟਨ ਦੇ ਵਿੱਚ ਹੀ ਬਣਿਆ ਹੈ। ਸੋ ਮੈਂ ਚਾਹੁੰਦਾ ਹਾਂ ਵੀ ਬਰੈਂਪਟਨ ਉਸੇ ਤਰ੍ਹਾਂ ਦਾ ਮੈਨੂੰ ਦੁਬਾਰਾ ਦਿਖੇ, ਜਿੱਥੇ ਹਰ ਕੋਈ ਆਵੇ ਇਹ ਚਾਹਵੇ ਵੀ ਮੈਂ ਫਲਾਵਰ ਸਿਟੀ ਵਿੱਚ ਜਾ ਰਿਹਾ ਹਾਂ। ਹਰ ਪਾਸੇ ਖੁਸ਼ੀਆਂ ਹੋਣ, ਹਰ ਪਾਸੇ ਅਫੋਰਡੇਬਿਲਟੀ ਹੋਵੇ, ਸੇਫਟੀ ਹੋਵੇ ਸਾਡੇ ਭੈਣਾਂ ਭਰਾਵਾਂ ਬੱਚਿਆਂ ਦੀ, ਸਾਡੇ ਗੱਡੀਆਂ ਦੀ, ਸਾਡੇ ਘਰਾਂ ਦੀ। ਹਰ ਜਗ੍ਹਾ ਤੇ ਅਸੀਂ ਉਹਨੂੰ ਇੱਕ ਸੇਫ ਔਰ ਸਿਕਿਉਰ ਐਨਵਾਇਰਨਮੈਂਟ ਦੇ ਵਿੱਚ ਅਸੀਂ ਰਹਿਣਾ ਚਾਹੁੰਦੇ ਹਾਂ। ਔਰ ਮੈਂ ਇਹ ਵਾਅਦਾ ਕਰਦਾ ਤੁਹਾਡੇ ਨਾਲ, ਅਗਰ ਤੁਸੀਂ ਮੈਨੂੰ 24 ਤਰੀਕ ਨੂੰ ਵੋਟਾਂ ਪਾ ਕੇ ਜਿਤਾਉਂਦੇ ਹੋ ਵਾਰਡ 7 ਤੇ 8 ਤੋਂ ਸਿਟੀ ਕਾਉਂਸਲਰ ਦੀਆਂ, ਮੈਂ ਆਪਣੀ ਹਰ ਕੋਸ਼ਿਸ਼ ਇਸ ਚੀਜ਼ ਤੇ ਲਗਾ ਦਊਂਗਾ ਕਿ ਬਰੈਂਪਟਨ ਇੱਕ ਦੁਆਰਾ ਸੇਫ ਔਰ ਸਿਕਿਉਰਡ ਔਰ ਰਹਿਣ ਵਾਲੀ ਜਗ੍ਹਾ ਬਣੇ। ਥੈਂਕ ਯੂ ਸੋ ਮਚ ਫॉर योर ਟਾਈਮ ਐਂਡ ਆਲ ਦ ਵੈਰੀ ਬੈਸਟ ਟੂ ਯੂ। ਥੈਂਕ ਯੂ ਜੀ। ਥੈਂਕ ਯੂ ਜੀ। ਸੋ ਤੁਸੀਂ ਸੁਣ ਚੁੱਕੇ ਹੋ ਕਿ ਇਹਨਾਂ ਦਾ ਆਪਣੀ ਇਲੈਕਸ਼ਨ ਕੈਂਪੇਨਸ ਦੇ ਬਾਰੇ ਕੀ ਕਹਿਣਾ ਹੈ। ਤੁਹਾਡਾ ਕੀ ਕਹਿਣਾ ਇਹਨਾਂ ਦੀਆਂ ਗੱਲਾਂ ਬਾਰੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਪਰ ਵੋਟ ਕਾਸਟ ਜ਼ਰੂਰ ਕਰਨਾ। ਸਤਿ ਸ਼੍ਰੀ ਅਕਾਲ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਜੀ ਮੀਡੀਆ ਗਰੁੱਪ।